ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਯੂਨਾਈਟਿਡ ਨੇਸ਼ਨਸ ਦੇ ਵਿੱਚ ਸੰਬੋਧਨ ਕੀਤਾ ਹੈ, ਜਿਸ ਤੋਂ ਬਾਅਦ ਟਰੈਕਟਰ ਟੂ ਟਵਿੱਟਰ ਨੇ ਇਲਜ਼ਾਮ ਲਾਇਆ ਹੈ ਕਿ ਮੋਦੀ ਨੇ 6:30 ਵਜੇ ਯੂਐਨ ਜਨਰਲ ਅਸੈਂਬਲੀ ਦੇ ਵਿੱਚ ਇੱਕ ਗੁੰਮਰਾਹਕੁਨ ਬਿਆਨ ਦਿੱਤਾ ਹੈ। ਉਹਨਾਂ ਕਿਹਾ ਕਿ ਮੋਦੀ ਦੇ ਇਸ ਗੁੰਮਰਾਹਕੁਨ ਬਿਆਨ ਦੇ ਖਿਲਾਫ ਟਵੀਟ ਕਰਕੇ ਮੋਦੀ ਦੇ ਝੂਠੇ ਪ੍ਰੋਪੇਗੈਂਡੇ ਦਾ ਪਰਦਾਫਾਸ਼ ਕੀਤਾ ਜਾਏਗਾ, ਜਿਸ ਲਈ ਉਹਨਾਂ ਨੇ ਸਭ ਨੂੰ ਅਪੀਲ ਕੀਤੀ ਹੈ। ਉਹਨਾਂ ਕਿਹਾ ਕਿ ਯੂਐਸ ਦੇ ਵਿੱਚ ਅਪਮਾਨ ਕਰਵਾ ਕੇ ਨਰਿੰਦਰ ਮੋਦੀ 27 ਸਤੰਬਰ ਨੂੰ ਦਿੱਲੀ ਪਹੁੰਚ ਰਹੇ ਨੇ ਤੇ ਕਿਸਾਨਾਂ ਦੇ ਵੱਲੋਂ ਉਹਨਾਂ ਨੂੰ ਭਾਰਤ ਬੰਦ ਦਾ ਤੋਹਫਾ ਦਿੱਤਾ ਜਾਵੇਗਾ। ਯੂਐਨ ਦੇ ਵਿੱਚ ਮੋਦੀ ਨੇ ਕਿਹਾ ਕਿ ਭਾਰਤ ਦੀ ਪ੍ਰਗਤੀ ਦੇ ਨਾਲ ਹੀ ਦੇਸ਼ ਦੀ ਪ੍ਰਗਤੀ ਹੁੰਦੀ ਹੈ। ਲੋਕਤੰਤਰ ਦੀ ਤਾਕਤ ਹੈ ਕਿ ਇੱਕ ਚਾਹ ਵਾਲਾ ਪੀਐਮ ਹੈ। ਇੱਥੇ ਭਾਰਤ ਦੀ ਸੇਵਾ ਕਰਦੇ ਕਹਿੰਦੇ ਮੈਨੂੰ 20 ਸਾਲ ਹੋ ਗਏ ਨੇ। 7 ਸਾਲਾਂ ਦੇ ਵਿੱਚ 43 ਕਰੋੜ ਤੋਂ ਵੱਧ ਲੋਕ ਬੈਂਕਾਂ ਦੇ ਨਾਲ ਜੁੜ ਗਏ ਨੇ। ਕਹਿੰਦੇ ਜਦੋਂ ਭਾਰਤ ਵਿਕਾਸ ਕਰਦਾ ਹੈ ਤਾਂ ਵਿਸ਼ਵ ਵਿਕਾਸ ਕਰਦਾ ਹੈ, ਭਾਰਤ ਸੁਧਾਰ ਕਰਦਾ ਹੈ ਤਾਂ ਵਿਸ਼ਵ ਸੁਧਾਰ ਕਰਦਾ ਹੈ। ਸਤਿ ਸ਼੍ਰੀ ਅਕਾਲ ਜੀ, ਦਾ ਖਾਲਸ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਐਮਰਜੈਂਸੀ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ। ਸਭ ਤੋਂ ਪਹਿਲਾਂ ਪੰਜਾਬ ਦੀਆਂ ਤੁਹਾਨੂੰ ਅਹਿਮ ਖਬਰਾਂ ਦੱਸਾਂਗੇ। ਭਾਰਤ ਅਤੇ ਦੁਨੀਆ ਦੀਆਂ ਵੀ ਅੱਜ ਵੱਡੀਆਂ ਤੇ ਖਾਸ ਖਬਰਾਂ ਨੇ, ਸਾਰੀਆਂ ਇਸ ਬੁਲੇਟਿਨ ਦੇ ਵਿੱਚ ਤੁਹਾਨੂੰ ਦੱਸਾਂਗੇ। ਪੰਜਾਬ ਦੀ ਨਵੀਂ ਕੈਬਨਿਟ ਐਤਵਾਰ ਨੂੰ 4:30 ਵਜੇ ਸਹੁੰ ਚੁੱਕੇਗੀ। 15 ਮੰਤਰੀ ਹਲਫ ਲੈਣਗੇ, ਜਿਨ੍ਹਾਂ ਵਿੱਚੋਂ 7 ਨਵੇਂ ਮੰਤਰੀ ਦੱਸੇ ਜਾ ਰਹੇ ਨੇ। ਕੈਪਟਨ ਸਰਕਾਰ ਦੇ 5 ਮੰਤਰੀਆਂ ਦੀ ਛੁੱਟੀ ਕਰ ਦਿੱਤੀ ਗਈ ਹੈ। ਚਰਨਜੀਤ ਸਿੰਘ ਚੰਨੀ ਸਾਰੇ ਨਾਵਾਂ ਦੀ ਸੂਚੀ ਲੈ ਕੇ ਰਾਜ ਭਵਨ ਵਿਖੇ ਰਾਜਪਾਲ ਨੂੰ ਮਿਲਣ ਲਈ ਪਹੁੰਚੇ ਸਨ। ਸਾਰੇ ਨਾਵਾਂ ਦੀ ਸੂਚੀ ਦੇ ਦਿੱਤੀ ਗਈ ਹੈ। ਜਾਣਕਾਰੀ ਮੁਤਾਬਿਕ ਨਵੇਂ ਮੰਤਰੀਆਂ ਦੀ ਸੂਚੀ ਤਾਂ ਪਿਛਲੀ ਮੀਟਿੰਗ ਵਿੱਚ ਹੀ ਤੈਅ ਹੋ ਗਈ ਸੀ, ਪਰ ਰਾਜਾ ਵੜਿੰਗ ਦੇ ਨਾਮ ਨੂੰ ਲੈ ਕੇ ਇੱਕ ਦਿਨ ਤੱਕ ਹੋਰ ਪੇਚਾ ਫਸਿਆ ਰਿਹਾ। ਨਵਜੋਤ ਸਿੰਘ ਸਿੱਧੂ ਹਰ ਹੀਲੇ ਰਾਜਾ ਵੜਿੰਗ ਨੂੰ ਵਜ਼ੀਰੀ ਦਿਵਾਉਣਾ ਚਾਹੁੰਦੇ ਸੀ, ਜਦਕਿ ਮਨਪ੍ਰੀਤ ਬਾਦਲ ਬਰਾਬਰ ਦਾ ਸ਼ਰੀਕ ਉਭਰਨ ਦੇ ਹੱਕ ਵਿੱਚ ਨਹੀਂ ਸਨ। ਅੰਤ ਨੂੰ ਸਿੱਧੂ ਇੱਕ ਵਾਰ ਫਿਰ ਆਪਣੀ ਮਨਾਉਣ ਦੇ ਵਿੱਚ ਕਾਮਯਾਬ ਰਹੇ ਨੇ। ਆਖਰੀ ਵੇਲੇ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਦੇ ਨਾਂ ਨੂੰ ਵੀ ਹਾਮੀ ਮਿਲ ਗਈ ਹੈ। 7 ਚਿਹਰੇ ਸ਼ਾਮਿਲ ਕੀਤੇ ਗਏ ਨੇ। ਰਾਜਕੁਮਾਰ ਵੇਰਕਾ, ਪ੍ਰਗਟ ਸਿੰਘ ਰਾਣਾ, ਗੁਰਜੀਤ ਸਿੰਘ, ਕੁਲਜੀਤ ਨਾਗਰਾ, ਰਾਜਾ ਵੜਿੰਗ, ਗੁਰਕੀਰਤ ਸਿੰਘ ਕੋਟਲੀ ਤੇ ਸੰਗਤ ਸਿੰਘ ਗਿਲਜੀਆਂ ਜਿਹੜੇ ਮੰਤਰੀ ਆਪਣੀਆਂ ਸੀਟਾਂ ਬਚਾ ਗਏ ਨੇ, ਯਾਨੀ ਕਿ ਜਿਹੜੇ ਕੈਪਟਨ ਵੇਲੇ ਵੀ ਮੰਤਰੀ ਸੀਗੇ ਤੇ ਹੁਣ ਵੀ ਬਣੇ ਰਹਿਣਗੇ। ਬ੍ਰਹਮ ਮਹਿੰਦਰਾ, ਮਨਪ੍ਰੀਤ ਸਿੰਘ ਬਾਦਲ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸੁਖਬਿੰਦਰ ਸਿੰਘ ਸੁਖ ਸਰਕਾਰੀਆ, ਅਰੁਣਾ ਚੌਧਰੀ, ਰਜ਼ੀਆ ਸੁਲਤਾਨਾ, ਵਿਜੇਂਦਰ ਸਿੰਗਲਾ ਤੇ ਭਾਰਤ ਭੂਸ਼ਣ ਆਸ਼ੂ। ਤੇ ਜਿਹੜੇ ਲੀਡਰਾਂ ਦੀ ਛੁੱਟੀ ਕੀਤੀ ਜਾਣੀ ਹੈ, ਬਲਵੀਰ ਸਿੰਘ ਸਿੱਧੂ, ਸਾਧੂ ਸਿੰਘ ਧਰਮਸੋਤ, ਗੁਰਪ੍ਰੀਤ ਕਾਂਗੜ, ਸੁੰਦਰ ਸ਼ਾਮ ਅਰੋੜਾ ਤੇ ਰਾਣਾ ਗੁਰਮੀਤ ਸਿੰਘ ਸੋਢੀ। ਇਸੇ ਦਰਮਿਆਨ ਤਾਜ਼ਾ ਖਬਰ ਇਹ ਵੀ ਹੈ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ 26 ਸਤੰਬਰ ਨੂੰ ਆਪਣਾ ਲੁਧਿਆਣੇ ਦਾ ਦੌਰਾ ਰੱਦ ਕਰ ਦਿੱਤਾ ਹੈ। ਲੁਧਿਆਣੇ ਵਿੱਚ ਇੱਕ ਵੱਡੀ ਰੈਲੀ ਨੂੰ ਸੰਬੋਧਨ ਕਰਨਾ ਸੀ। ਇਸ ਦੀ ਪੁਸ਼ਟੀ ਆਮ ਆਦਮੀ ਪਾਰਟੀ ਲੁਧਿਆਣਾ ਜ਼ਿਲ੍ਹਾ ਪ੍ਰਧਾਨ ਸੁਰੇਸ਼ ਗੋਇਲ ਨੇ ਕੀਤੀ ਹੈ। ਸਾਡੇ ਸੂਤਰ ਦੱਸਦੇ ਨੇ ਕਿ ਮੀਡੀਆ ਦੀ ਫੁਟੇਜ ਨਾ ਮਿਲਣ ਦੇ ਖਦਸ਼ੇ ਕਾਰਨ ਕੇਜਰੀਵਾਲ ਨੇ ਦੌਰਾ ਰੱਦ ਕੀਤਾ ਹੈ, ਕਿਉਂਕਿ 26 ਨੂੰ ਨਵੀਂ ਕੈਬਨਿਟ ਦਾ ਸਹੁੰ ਚੁੱਕ ਸਮਾਗਮ ਵੀ ਹੈ। ਇਸ ਕਰਕੇ ਕੇਜਰੀਵਾਲ ਸਾਹਿਬ ਨੂੰ ਇਹ ਖਦਸ਼ਾ ਸੀ ਕਿ ਮੀਡੀਆ ਸਾਡੇ ਵੱਲ ਨਹੀਂ ਪਹੁੰਚੇਗਾ। ਚਰਨਜੀਤ ਸਿੰਘ ਚੰਨੀ ਵੱਲੋਂ ਪੰਜਾਬ ਦਾ ਮੁੱਖ ਮੰਤਰੀ ਬਣਨ ਤੋਂ ਬਾਅਦ ਨਿੱਤ ਕੋਈ ਨਾ ਕੋਈ ਨਵੇਂ ਐਲਾਨ ਕੀਤੇ ਜਾ ਰਹੇ ਨੇ। ਚੰਨੀ ਨੇ ਹੁਣ ਹਰ ਮੰਗਲਵਾਰ ਨੂੰ ਦੁਪਹਿਰੇ 3 ਵਜੇ ਕੈਬਨਿਟ ਮੀਟਿੰਗ ਕਰਨ ਦਾ ਫੈਸਲਾ ਲਿਆ। ਹਾਲਾਂਕਿ ਪਹਿਲਾਂ ਸੁਖਜਿੰਦਰ ਸਿੰਘ ਰੰਧਾਵਾ ਨੇ ਹਰ ਬੁੱਧਵਾਰ ਨੂੰ ਕੈਬਨਿਟ ਬੈਠਕ ਬੁਲਾਏ ਜਾਣ ਦੀ ਜਾਣਕਾਰੀ ਦਿੱਤੀ ਸੀ, ਪਰ ਹੁਣ ਇਸ ਫੈਸਲੇ ਨੂੰ ਬਦਲ ਕੇ ਮੰਗਲਵਾਰ ਨੂੰ ਕਰ ਦਿੱਤਾ ਗਿਆ ਤੇ ਮੰਗਲਵਾਰ ਨੂੰ ਹੀ ਮੁੱਖ ਮੰਤਰੀ ਸਵੇਰੇ 11:30 ਵਜੇ ਤੋਂ ਲੈ ਕੇ 2:30 ਵਜੇ ਤੱਕ ਆਪਣੇ ਦਫ਼ਤਰ ਵਿੱਚ ਮੰਤਰੀਆਂ, ਵਿਧਾਇਕਾਂ ਤੇ ਹੋਰ ਸਿਆਸੀ ਲੀਡਰਾਂ ਨਾਲ ਮੁਲਾਕਾਤ ਕਰਿਆ ਕਰਨਗੇ। ਨਾਲ ਹੀ ਮੁੱਖ ਮੰਤਰੀ ਚੰਨੀ ਨੇ ਅਧਿਕਾਰੀਆਂ ਨੂੰ ਵੀ ਇੱਕ ਹਦਾਇਤ ਕਰ ਦਿੱਤੀ ਹੈ ਕਿ ਉਹ ਆਪੋ ਆਪਣੇ ਦਫ਼ਤਰ ਵਿੱਚ ਸਮੇਂ ਸਿਰ ਹਾਜ਼ਰ ਰਿਹਾ ਕਰਨ ਮੰਗਲਵਾਰ ਨੂੰ, ਤਾਂ ਜੋ ਮੁੱਖ ਮੰਤਰੀ ਨੂੰ ਜੇ ਅਧਿਕਾਰੀਆਂ ਤੋਂ ਕੋਈ ਗੱਲ ਪੁੱਛਣੀ ਪਵੇ ਤਾਂ ਉਹ ਮੌਕੇ ਤੇ ਹਾਜ਼ਰ ਮਿਲਣ, ਕੋਈ ਮੁਸ਼ਕਿਲ ਮੁੱਖ ਮੰਤਰੀ ਨੂੰ ਨਾ ਆਵੇ। ਤੇ ਉਧਰ ਨਵੇਂ ਮੰਤਰੀਆਂ ਦੇ ਐਲਾਨ ਤੋਂ ਕੁਝ ਘੰਟਿਆਂ ਬਾਅਦ ਹੀ ਪੁਰਾਣੇ ਮੰਤਰੀਆਂ ਨੇ ਆਪਣੀਆਂ ਕੋਠੀਆਂ ਖਾਲੀ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ। ਨਵੀਂ ਸੂਚੀ ਵਿੱਚ ਨਾਮ ਬਾਹਰ ਹੋਣ ਤੋਂ ਬਾਅਦ ਸੁੰਦਰ ਸ਼ਾਮ ਅਰੋੜਾ ਨੇ ਸੈਕਟਰ 39 ਵਿੱਚ ਮਿਲੀ ਸਰਕਾਰੀ ਕੋਠੀ ਨੂੰ ਖਾਲੀ ਕਰਨਾ ਸ਼ੁਰੂ ਕਰ ਦਿੱਤਾ। ਟਰੱਕਾਂ ਦੇ ਵਿੱਚ ਸਮਾਨ ਲੱਦਿਆ ਜਾਂਦਾ ਦੇਖਿਆ ਗਿਆ। ਸੁੰਦਰ ਸ਼ਾਮ ਅਰੋੜਾ ਨੂੰ 957 ਨੰਬਰ ਸਰਕਾਰੀ ਕੋਠੀ ਮਿਲੀ ਸੀ। ਤੇ ਪੰਜਾਬ ਦੇ ਨਵੇਂ ਬਣੇ ਡਿਪਟੀ ਮੁੱਖ ਮੰਤਰੀ ਓਪੀ ਸੋਨੀ ਨੇ ਮੁੱਖ ਮੰਤਰੀ ਦੇ ਬਰਾਬਰ ਦੀਆਂ ਸਹੂਲਤਾਂ ਮੰਗ ਲਈਆਂ ਨੇ। ਸੋਨੀ ਨੇ ਚੀਫ ਸੈਕਟਰੀ ਨੂੰ ਚਿੱਠੀ ਲਿਖ ਕੇ ਕਿਹਾ ਕਿ ਮੈਨੂੰ ਸਰਕਾਰੀ ਰਿਹਾਇਸ਼ ਅਤੇ ਦਫ਼ਤਰ ਦੇ ਵਿੱਚ ਮੁੱਖ ਮੰਤਰੀ ਦੇ ਬਰਾਬਰ ਦੀਆਂ ਸਹੂਲਤਾਂ ਦਿੱਤੀਆਂ ਜਾਣ। ਉਹਨਾਂ ਨੇ ਆਪਣੀ ਚਿੱਠੀ ਵਿੱਚ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਰਜਿੰਦਰ ਕੌਰ ਭੱਠਲ ਦਾ ਖਾਸ ਤੌਰ ਤੇ ਜ਼ਿਕਰ ਕੀਤਾ ਹੈ। ਹਾਲਾਂਕਿ ਸੋਨੀ ਵੱਲੋਂ ਭੇਜੀ ਚਿੱਠੀ ਅੰਤਿਮ ਪ੍ਰਵਾਨਗੀ ਲਈ ਮੁੱਖ ਮੰਤਰੀ ਕੋਲ ਜਾਵੇਗੀ। ਹਾਲਾਂਕਿ ਇਸ ਬਾਰੇ ਕੋਈ ਫੈਸਲਾ ਹੋਣਾ ਜਾਂ ਨਾ ਹੋਣਾ ਕੀ ਹੋਏਗਾ, ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ, ਪਰ ਸੋਨੀ ਨੇ ਆਪਣੀਆਂ ਇੱਛਾਵਾਂ ਦੱਸ ਕੇ ਚੋਣਾਂ ਤੋਂ ਪਹਿਲਾਂ ਆਪਣੇ ਵਿਰੋਧੀਆਂ ਨੂੰ ਆਲੋਚਨਾ ਦਾ ਮੌਕਾ ਜ਼ਰੂਰ ਦੇ ਦਿੱਤਾ ਹੈ ਤੇ ਲੋਕ ਵੀ ਛੱਡਣਗੇ ਨਹੀਂ। ਸ਼ਨੀਵਾਰ ਨੂੰ ਨਵੀਂ ਕੈਬਨਿਟ ਦਾ ਐਲਾਨ ਹੋਇਆ ਤਾਂ ਸ਼ੁੱਕਰਵਾਰ ਦੀ ਰਾਤ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਘਰ ਚੰਡੀਗੜ੍ਹ ਪਹੁੰਚੇ। ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਕਰੀਬੀ ਰਿਸ਼ਤੇਦਾਰ ਅਰਸ਼ ਸੱਚਰ ਨੇ ਦੱਸਿਆ ਕਿ ਸਿੱਧੂ ਅਤੇ ਵੜਿੰਗ ਵਿਚਕਾਰ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਨੂੰ ਕਿਸ ਤਰ੍ਹਾਂ ਤਰੱਕੀ ਦੀ ਰਾਹ ਤੇ ਲੈ ਕੇ ਜਾਣਾ ਹੈ, ਉਸ ਬਾਰੇ ਚਰਚਾ ਹੋਈ। ਇਸ ਮੌਕੇ ਰਾਜਾ ਵੜਿੰਗ ਦੀ ਪਤਨੀ ਅਮਰਤਾ ਵੜਿੰਗ ਜੋ ਕਿ ਆਸਰਾ ਫਾਊਂਡੇਸ਼ਨ ਦੀ ਚੇਅਰਮੈਨ ਹੈ, ਉਹਨਾਂ ਨੇ ਵੀ ਸਿੱਧੂ ਨਾਲ ਲੋਕ ਭਲਾਈ ਦੇ ਕੰਮਾਂ ਦੀ
ਚਰਚਾ ਕੀਤੀ। ਨਵੀਂ ਬਣੀ ਪੰਜਾਬ ਸਰਕਾਰ ਦੇ ਵੱਲੋਂ ਤਬਾਦਲਿਆਂ ਦਾ ਦੌਰ ਵੀ ਲਗਾਤਾਰ ਜਾਰੀ ਹੈ। 5 IAS ਅਤੇ 5 PCS ਅਧਿਕਾਰੀਆਂ ਨੂੰ ਵੀ ਬਦਲ ਦਿੱਤਾ ਗਿਆ ਹੈ। ਇਹਦੇ ਨਾਲ ਪੰਜਾਬ ਦਾ ਸਭ ਤੋਂ ਵੱਡਾ ਅਹੁਦਾ ਪੁਲਿਸ ਦਾ DGP ਦਾ ਅਹੁਦਾ, ਉਸ ਥਾਂ ਤੇ ਹੁਣ DGP ਦਾ ਵਾਧੂ ਚਾਰਜ ਹੈ ਜਿਹੜਾ ਉਹ ਇਕਬਾਲਪ੍ਰੀਤ ਸਿੰਘ ਸਹੋਤਾ ਨੂੰ ਦੇ ਦਿੱਤਾ ਗਿਆ ਹੈ। ਦਿਨਕਰ ਗੁਪਤਾ ਨੂੰ ਛੁੱਟੀ ਤੇ ਭੇਜ ਦਿੱਤਾ ਗਿਆ ਹੈ। ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲਿਸ ਦਾ ਵਾਧੂ ਚਾਰਜ ਲੈਣ ਦੀ ਦੌੜ ਦੇ ਵਿੱਚ 1986 ਬੈਚ ਦੇ ਅਧਿਕਾਰੀ ਸਿਧਾਰਥ ਚਟੋਪਾਧਿਆਏ, 1987 ਦੇ VK ਭਾਵੜਾ ਤੇ 1988 ਬੈਚ ਦੇ ਅਧਿਕਾਰੀ ਇਕਬਾਲਪ੍ਰੀਤ ਸਿੰਘ ਸਹੋਤਾ ਸ਼ਾਮਿਲ ਸਨ। ਹੁਣ ਸਹੋਤਾ ਦੇ ਨਾਮ ਨੂੰ ਮਨਜ਼ੂਰੀ ਮਿਲ ਗਈ ਹੈ ਤੇ ਇਕਬਾਲਪ੍ਰੀਤ ਸਹੋਤਾ ਦੀ ਪੁਲਿਸ ਮੁਖੀ ਦੀ ਤੈਨਾਤੀ ਦਾ ਨੈਸ਼ਨਲ ਸ਼ਡਿਊਲਡ ਕਾਸਟ ਅਲਾਇੰਸ ਦੇ ਵੱਲੋਂ ਪੁਰਜ਼ੋਰ ਸਵਾਗਤ ਕੀਤਾ ਗਿਆ ਹੈ। ਉਧਰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਵੀ ਕੈਪਟਨ ਅਮਰਿੰਦਰ ਸਿੰਘ ਦੇ ਬਾਗੀ ਤੇਵਰ ਬਰਕਰਾਰ ਨੇ। ਗਾਂਧੀ ਪਰਿਵਾਰ ਤੇ ਹਮਲੇ ਤੋਂ ਬਾਅਦ ਹੁਣ ਉਹਨਾਂ ਦੇ ਕਰੀਬੀ ਵੀ ਕਿਨਾਰਾ ਕਰਨ ਲੱਗ ਪਏ ਨੇ। ਹੁਣ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਬਿੱਟੂ ਵੀ ਅੱਖਾਂ ਫੇਰ ਕੇ ਲੱਗਦੇ ਨੇ। ਬਿੱਟੂ ਨੇ ਕਿਹਾ ਕਿ ਕੈਪਟਨ ਸਾਹਿਬ ਹੁਣ 80 ਸਾਲ ਦੇ ਹੋ ਚੁੱਕੇ ਨੇ। ਰਿਟਾਇਰਮੈਂਟ ਦੀ ਉਮਰ ਦੇ ਵਿੱਚ ਹੁਣ ਉਹਨਾਂ ਨੂੰ ਸਾਡੇ ਵਰਗੇ ਲੀਡਰਾਂ ਦਾ ਮਾਰਗਦਰਸ਼ਨ ਕਰਨਾ ਚਾਹੀਦਾ ਹੈ ਤੇ ਗੁੱਸੇ ਨੂੰ ਖਤਮ ਕਰ ਦੇਣਾ ਚਾਹੀਦਾ ਹੈ। ਬਿੱਟੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਜਦੋਂ ਪਾਰਟੀ ਦੇ ਪ੍ਰਧਾਨ ਤੇ ਮੁੱਖ ਮੰਤਰੀ ਬਣੇ ਤਾਂ ਰਾਹੁਲ ਗਾਂਧੀ ਹੀ ਕਾਂਗਰਸ ਪ੍ਰਧਾਨ ਸਨ। ਉਹਨਾਂ ਨੇ ਹੀ ਕੈਪਟਨ ਨੂੰ ਰਾਜ ਕਰਨ ਦਾ ਮੌਕਾ ਦਿੱਤਾ। ਬਿੱਟੂ ਨੇ ਇਸ਼ਾਰਿਆਂ ਵਿੱਚ ਕਿਹਾ ਕਿ ਸੱਤਾ ਦਾ ਸੁੱਖ ਭੋਗਣ ਤੋਂ ਬਾਅਦ ਆਪਣੇ ਬੌਸ ਤੇ ਟਿੱਪਣੀ ਕਰਨਾ ਠੀਕ ਨਹੀਂ ਹੈ। ਕੋਵਿਡ ਦੇ ਟੀਕੇ ਦੇ ਸਰਟੀਫਿਕੇਟ ਨਾਲ ਜੁੜੀ ਹੋਈ ਇੱਕ ਖਬਰ ਹੈ। ਕੋਵਿਡ ਸਰਟੀਫਿਕੇਟ ਸੰਬੰਧੀ ਸਥਿਤੀ ਸਾਫ਼ ਕਰਨ ਦੇ ਲਈ ਭਾਰਤ ਸਰਕਾਰ ਕਹਿੰਦੇ ਅਜਿਹਾ ਪ੍ਰਬੰਧ ਕਰ ਰਹੀ ਹੈ ਜਿਹਦੇ ਨਾਲ ਵਿਦੇਸ਼ ਜਾਣ ਵਾਲਿਆਂ ਨੂੰ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਸੂਤਰਾਂ ਮੁਤਾਬਿਕ ਜਿਨ੍ਹਾਂ ਲੋਕਾਂ ਨੇ ਟੀਕੇ ਦੀਆਂ ਦੋਵੇਂ ਖੁਰਾਕਾਂ ਲਵਾ ਲਈਆਂ ਨੇ ਤੇ ਵਿਦੇਸ਼ ਜਾਣ ਦੇ ਇੱਛੁਕ ਨੇ ਉਹਨਾਂ ਨੂੰ ਕੋਵਿਨ ਸਰਟੀਫਿਕੇਟ ਦਿੱਤਾ ਜਾਏਗਾ ਜਿਸ ਤੇ ਜਨਮ ਦੀ ਪੂਰੀ ਤਰੀਕ ਲਿਖੀ ਜਾਏਗੀ। ਦੱਸਦੀ ਹੈ ਕਿ ਕੋਵੈਕਸਿਨ ਜਿਨ੍ਹਾਂ ਨੇ ਵੀ ਲਵਾਈ ਹੈ ਉਹ ਕਿਸੇ ਵੀ ਦੇਸ਼ ਦੇ ਵਿੱਚ ਮਾਨਤਾ ਪ੍ਰਾਪਤ ਨਹੀਂ ਹੈ। ਕੋਵੈਕਸਿਨ ਟੀਕੇ ਲਵਾਏ ਜਾਣ ਵਾਲੇ ਕਿਸੇ ਵੀ ਮੁਲਕ ਦੇ ਵਿੱਚ ਨਹੀਂ ਜਾ ਸਕਦੇ। ਉਹਨਾਂ ਨੂੰ ਹੋਰ ਡੋਜ਼ ਹੈ ਜਿਹੜੀ ਉਹ ਲੈਣੀ ਪਵੇਗੀ। ਪਰ ਹੋਰ ਡੋਜ਼ ਲੈਣੀ ਕਿੰਨੀ ਕੁ ਖਤਰਨਾਕ ਹੈ, ਕਿੰਨੀ ਕੁ ਫਾਇਦੇਮੰਦ ਉਹ ਡਾਕਟਰਾਂ ਤੁਸੀਂ ਸੁਣਦੇ ਹੀ ਹੋਵੋਗੇ। ਪਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਇਹ ਨਿਯਮ ਲਾਗੂ ਨਹੀਂ ਹੁੰਦਾ। ਉਹਨਾਂ ਨੇ ਵੀ ਕੋਵੈਕਸਿਨ ਦੀਆਂ ਹੀ ਡੋਜ਼ਸ ਲਈਆਂ ਸੀ ਪਰ ਅੱਜ ਕੱਲ੍ਹ ਅਮਰੀਕਾ ਦੌਰੇ ਤੇ ਨੇ। 27 ਸਤੰਬਰ ਦਿਨ ਸੋਮਵਾਰ ਨੂੰ ਪੂਰਾ ਭਾਰਤ ਬੰਦ ਰਹੇਗਾ ਕਿਸਾਨਾਂ ਦੇ ਸੱਦੇ ਤੇ। ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਨੇ ਇਸ ਦੇ ਲਈ ਪੂਰੀ ਲਾਮਬੰਦੀ ਹੈ ਜਿਹੜੀ ਉਹ ਤਿੱਖੇ ਰੂਪ ਦੇ ਵਿੱਚ ਸ਼ੁਰੂ ਕੀਤੀ ਹੋਈ ਹੈ। ਪੰਜਾਬ ਦੇ ਹਰ ਸ਼ਹਿਰ ਦੇ ਵਿੱਚ ਕਿਸਾਨ ਜਥੇਬੰਦੀਆਂ ਦੀ ਅਗਵਾਈ ਦੇ ਵਿੱਚ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ, ਨਾਲ ਜੋੜਨ ਦਾ ਸੱਦਾ ਦਿੱਤਾ ਜਾ ਰਿਹਾ ਹੈ ਤਾਂ ਕਿ ਦੁਕਾਨਦਾਰ ਆਪਣੀਆਂ ਦੁਕਾਨਾਂ ਬੰਦ ਰੱਖਣ, ਹਰ ਤਰ੍ਹਾਂ ਦੀ ਆਵਾਜਾਈ ਬੰਦ ਰਹੇ ਤੇ ਲੋਕ ਆਪਣੇ ਘਰਾਂ ਦੇ ਵਿੱਚ ਰਹਿਣ ਅਤੇ ਮੋਦੀ ਸਰਕਾਰ ਨੂੰ ਸ਼ਾਇਦ ਥੋੜੀ ਬਹੁਤੀ ਸ਼ਰਮ ਆਵੇ, ਪਤਾ ਲੱਗੇ ਤੇ ਉਹ ਕਿਸਾਨਾਂ ਦੀ ਗੱਲ ਸੁਣੇ। ਜਿਵੇਂ ਜਿਵੇਂ 27 ਸਤੰਬਰ ਨੇੜੇ ਆ ਰਹੀ ਹੈ, ਮਾਹੌਲ ਹੈ ਜਿਹੜਾ ਥੋੜਾ ਸਰਗਰਮ ਹੁੰਦਾ ਦਿਖਾਈ ਦੇ ਰਿਹਾ ਹੈ। ਸੜਕਾਂ ਤੇ ਰੇਲਾਂ ਜਾਮ ਕੀਤੇ ਜਾਣ ਵਾਲੀਆਂ ਥਾਵਾਂ ਨਿਸ਼ਚਿਤ ਕਰਕੇ ਪੰਜਾਬ ਦੀਆਂ ਜਥੇਬੰਦੀਆਂ ਨੇ ਵੀ ਡਿਊਟੀਆਂ ਲਾ ਦਿੱਤੀਆਂ ਨੇ। ਕਈ ਨਾਅਰੇ ਨੇ ਜਿਹੜੇ ਉਹ ਵੀ ਜਾਰੀ ਕੀਤੇ ਗਏ ਨੇ। ਕਿਸਾਨਾਂ ਦੇ ਵੱਲੋਂ ਵਰਕਰਾਂ ਨੂੰ ਵੀ ਨਵੇਂ ਜਿਹੜੇ ਦਿਸ਼ਾ ਨਿਰਦੇਸ਼ ਉਹ ਜਾਰੀ ਕਰ ਦਿੱਤੇ ਗਏ ਨੇ। ਇਸ ਵਾਰੀ ਭਾਰਤ ਬੰਦ ਨੂੰ ਸਫਲ ਬਣਾਉਣ ਦੇ ਲਈ ਖਾਸ ਤੌਰ ਤੇ ਪੋਸਟਰਾਂ ਦੇ ਉੱਤੇ, ਫਲੈਕਸਾਂ ਦੇ ਉੱਤੇ ਕੀ ਲਿਖਿਆ ਜਾਣਾ ਹੈ, ਨਾਅਰੇ ਕਿਹੜੇ ਬੋਲਣੇ ਨੇ, ਕਿਹੜੇ ਲਿਖਣੇ ਨੇ, ਸਭ ਕੁਝ ਹੈ ਜਿਹੜਾ ਉਹ ਦੱਸ ਦਿੱਤਾ ਗਿਆ ਹੈ। ਪਰ ਨਾਲ ਹੀ ਮੋਰਚੇ ਨੇ ਖੁੱਲ੍ਹ ਦਿੱਤੀ ਹੈ ਕਿ ਆਪੋ ਆਪਣੇ ਇਲਾਕਿਆਂ ਦੇ ਵਿੱਚ ਜਿਹੜੀਆਂ ਜਥੇਬੰਦੀਆਂ ਨੇ ਆਪਣੇ ਪੱਧਰ ਦੇ ਉੱਤੇ ਛੋਟਾਂ ਦੇਣ ਦੇ ਵਿੱਚ ਤੇ ਰੋਕਾਂ ਲਾਉਣ ਦੇ ਵਿੱਚ ਆਪਣੇ ਫੈਸਲੇ ਲੈ ਸਕਦੀਆਂ ਨੇ। ਹਰਿਆਣਾ ਦੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ 26 ਨਵੰਬਰ 2021 ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਘਰ ਮੂਹਰੇ ਪੱਕਾ ਮੋਰਚਾ ਲਾਉਣ ਦਾ ਫੈਸਲਾ ਲਿਆ ਹੈ। ਚੜੂਨੀ ਨੇ ਕਿਹਾ ਕਿ ਹਾਲਾਂਕਿ ਫੈਸਲਾ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਵਿੱਚ ਰੱਖਿਆ ਜਾਵੇਗਾ। ਚੜੂਨੀ ਨੇ ਸਾਰੇ ਕਿਸਾਨਾਂ ਤੇ ਨੌਜਵਾਨਾਂ ਤੋਂ ਵੀ ਇਸ ਸੰਬੰਧੀ ਰਾਏ ਮੰਗੀ ਹੈ ਕਿ ਕੀ ਕੀਤਾ ਜਾਣਾ ਚਾਹੀਦਾ ਹੈ। ਗੁਰਨਾਮ ਸਿੰਘ ਚੜੂਨੀ ਨੇ ਇਲਜ਼ਾਮ ਲਾਇਆ ਕਿ ਸਰਕਾਰ ਨਾਰਾਇਣਗੜ੍ਹ ਸ਼ੂਗਰ ਮਿਲ ਦੀ ਰਿਪੇਅਰ ਨਹੀਂ ਕਰਵਾ ਰਹੀ। ਕਿਸਾਨਾਂ ਦੀ ਪਿਛਲੀ ਪੇਮੈਂਟ ਹਾਲੇ ਤੱਕ ਬਕਾਇਆ, ਕਰਮਚਾਰੀ ਵੀ ਹੜਤਾਲ ਤੇ ਹਨ ਜਿਸ ਕਰਕੇ ਕਿਸਾਨ ਪਰੇਸ਼ਾਨ ਨੇ। ਤੇ ਹੁਣ 27 ਸਤੰਬਰ ਦੇ ਭਾਰਤ ਬੰਦ ਤੋਂ ਦੂਸਰੇ ਦਿਨ ਮੰਗਲਵਾਰ ਨੂੰ ਨਾਰਾਇਣਗੜ੍ਹ ਸ਼ੂਗਰ ਮਿਲ ਤੇ ਵੱਡਾ ਪ੍ਰਦਰਸ਼ਨ ਕੀਤਾ ਜਾਏਗਾ ਤੇ ਕੇਨ ਕਮਿਸ਼ਨਰ ਦਾ ਘਿਰਾਓ ਕੀਤਾ ਜਾਏਗਾ। ਤੇ ਚੜੂਨੀ ਨੇ ਸਾਰੇ ਕਿਸਾਨਾਂ ਨੂੰ 28 ਸਤੰਬਰ ਨੂੰ ਇੱਥੇ ਪਹੁੰਚਣ ਦੀ ਅਪੀਲ ਕੀਤੀ ਹੈ। ਕਿਸਾਨਾਂ ਦੇ ਸੰਘਰਸ਼ ਦਾ ਸਾਥ ਦੇਣ ਲਈ ਕਾਂਗਰਸ ਨੇ ਦਿੱਲੀ ਦੇ ਜੰਤਰ ਮੰਤਰ ਤੇ ਧਰਨਾ ਲਾਇਆ ਸੀ ਪਰ ਹੁਣ ਉੱਥੇ ਉਜਾੜ ਦਿਖਦਾ ਹੈ। ਕੋਈ ਵੀ ਸੰਸਦ ਮੈਂਬਰ ਪੰਜਾਬ ਤੋਂ ਆ ਕੇ ਇੱਥੇ ਨਹੀਂ ਬੈਠਦਾ। ਜਲੰਧਰ ਤੋਂ ਆਇਆ ਇੱਕ ਕਾਂਗਰਸੀ ਵਰਕਰ ਇੱਕ ਮੀਡੀਆ ਅਦਾਰੇ ਵੱਲੋਂ ਕੀਤੀ ਰਿਪੋਰਟ ਦੇ ਵਿੱਚ ਜ਼ਰੂਰ ਦੇਖਿਆ ਗਿਆ। ਉਹ ਵੀ ਸੰਸਦ ਮੈਂਬਰਾਂ ਦੇ ਧਰਨੇ ਵਾਲੀ ਥਾਂ ਤੇ ਨਾ ਆਉਣ ਬਾਰੇ ਜਾਣਕਾਰੀ ਸਹੀ ਤਰੀਕੇ ਦੇ ਨਾਲ ਹਾਲਾਂਕਿ ਨਹੀਂ ਦੇ ਸਕਿਆ। ਕਿਸਾਨਾਂ ਨੇ ਜਿਹੜਾ 27 ਸਤੰਬਰ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਹੈ ਉਸ ਦੀ ਹਮਾਇਤ ਵਿਦੇਸ਼ਾਂ ਤੋਂ ਵੀ ਮਿਲ ਰਹੀ ਹੈ। ਫਾਰਮਰਜ਼
ਸਪੋਰਟ ਕੋਆਰਡੀਨੇਸ਼ਨ ਕਮੇਟੀ ਓਨਟਾਰੀਓ ਕੈਨੇਡਾ ਦੇ ਵੱਲੋਂ ਵੀ ਕਿਸਾਨੀ ਸੰਘਰਸ਼ ਦੇ ਹੱਕ ਵਿੱਚ 27 ਸਤੰਬਰ ਨੂੰ ਰੋਸ ਰੈਲੀ ਹੈ ਜਿਹੜੀ ਉਹ ਕੀਤੀ ਜਾਏਗੀ। ਸੋਮਵਾਰ ਸ਼ਾਮ ਨੂੰ 6 ਵਜੇ ਕੈਨੇਡਾ ਦੇ ਸਮੇਂ ਦੇ ਮੁਤਾਬਿਕ ਇਹ ਰੋਸ ਰੈਲੀ ਹੈ ਜਿਹੜੀ ਕੀਤੀ ਜਾਵੇਗੀ, ਜਿਸ ਵਿੱਚ ਸ਼ਾਮਿਲ ਹੋਣ ਲਈ ਸਭ ਨੂੰ ਸੱਦਾ ਦਿੱਤਾ ਗਿਆ। 27 ਤਰੀਕ ਦੇ ਭਾਰਤ ਬੰਦ ਨੂੰ ਸਫਲ ਬਣਾਉਣ ਦੇ ਲਈ ਹਰ ਸ਼ਹਿਰ ਦੇ ਵਿੱਚ ਮੋਟਰਸਾਈਕਲ ਮਾਰਚ ਕੱਢੇ ਜਾ ਰਹੇ ਨੇ ਤੇ ਇਸੇ ਤਰ੍ਹਾਂ ਦਾ ਇੱਕ ਮਾਰਚ ਹੈ ਜਿਹੜਾ ਉਹ ਬੰਗਾ ਸ਼ਹਿਰ ਦੇ ਵਿੱਚ ਵੀ ਕੱਢਿਆ ਗਿਆ। ਸਾਰੇ ਸ਼ਹਿਰ ਨਿਵਾਸੀਆਂ ਨੂੰ ਸਹਿਯੋਗ ਕਰਨ ਦੀ ਅਪੀਲ ਹੈ ਜਿਹੜੀ ਉਹ ਕੀਤੀ ਗਈ। ਇੱਕ ਜਿਹੜਾ ਨੌਜਵਾਨਾਂ ਵੱਲੋਂ ਜਿਹੜਾ ਇੱਕ ਰੋਸ ਮਾਰਚ ਕੱਢਿਆ ਗਿਆ ਜੋ ਸਾਰੇ ਸ਼ਹਿਰ ਤੋਂ ਹੁੰਦਾ ਹੋਇਆ ਵਾਪਸ ਗੜਸ਼ੰਕਰ ਚੌਕ ਬੰਗਾ ਵਿਖੇ ਪਹੁੰਚਿਆ। ਇਹ ਰੋਸ ਮਾਰਚ 27 ਤਰੀਕ ਨੂੰ ਜੋ ਕਿ ਸੰਯੁਕਤ ਮੋਰਚੇ ਵੱਲੋਂ ਜਿਹੜੀ ਬੰਦ ਦੀ ਕਾਲ ਦਿੱਤੀ ਗਈ ਹੈ ਉਸ ਦੇ ਸੰਬੰਧ ਵਿੱਚ ਦੁਕਾਨਦਾਰਾਂ ਨੂੰ ਇਹ ਬੇਨਤੀ ਕਰਨ ਦੇ ਵਾਸਤੇ ਕੱਢਿਆ ਗਿਆ ਸੀ ਕਿ ਤੁਸੀਂ ਵੀ ਆਪਣੀਆਂ ਦੁਕਾਨਾਂ ਜਿਹੜੀਆਂ ਬੰਦ ਕਰਕੇ ਸਾਡਾ ਸਾਥ ਦਿਓ ਔਰ ਵੱਧ ਤੋਂ ਵੱਧ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਬੁੱਤ ਖਟਕੜ ਕਲਾਂ ਵਿਖੇ 7 ਤਰੀਕ ਨੂੰ ਪਹੁੰਚੋ, ਕਿਉਂਕਿ ਜੇ ਕਈਆਂ ਜਾਤੀਆਂ ਰੰਬੇ ਵਾਲੇ ਨਾ ਬਚੇ ਤਾਂ ਬਚਣੇ ਫਿਰ ਇਹ ਤੱਕੜੀ ਵੱਟਿਆਂ ਵਾਲੇ ਵੀ ਨਹੀਂ। ਸੋ ਅਸੀਂ ਵੀ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦੇ ਹਾਂ ਕਿ ਸਾਡਾ ਸਾਥ ਦਿਓ ਔਰ ਵੱਧ ਤੋਂ ਵੱਧ ਜਿਹੜੀ ਸੰਖਿਆ ਦੇ ਵਿੱਚ ਤੁਸੀਂ 7 ਤਰੀਕ ਨੂੰ ਸ਼ਹੀਦ ਆਜ਼ਮ 27 ਤਰੀਕ ਨੂੰ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਬੁੱਤ ਖਟਕੜ ਕਲਾਂ ਵਿਖੇ ਪਹੁੰਚੋ। 26 ਸਤੰਬਰ ਨੂੰ ਅਮਰਿੰਦਰ ਸਿੰਘ ਰਾਜਾ ਵੜਿੰਗ ਵਜ਼ੀਰ ਬਣਨ ਜਾ ਰਹੇ ਨੇ, ਪਰ ਐਸਐਸਪੀ ਦਫ਼ਤਰ ਦੇ ਮੂਹਰੇ ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਵੜਿੰਗ ਦੇ ਪੀਏ ਦੇ ਖਿਲਾਫ ਰੋਸ ਮੁਜ਼ਾਹਰਾ ਕੀਤਾ ਗਿਆ। ਮਾਮਲਾ ਮੁਕਤਸਰ ਸਾਹਿਬ ਦੇ ਨੇੜੇ ਪਿੰਡ ਹਰੀਕੇ ਕਲਾਂ ਦਾ ਹੈ, ਜਿੱਥੇ ਪਤੀ ਪਤਨੀ ਦਾ ਝਗੜਾ ਲੰਬੇ ਸਮੇਂ ਤੋਂ ਚੱਲ ਰਿਹਾ ਹੈ। ਇੱਥੇ ਦੋਵੇਂ ਜਿਹੜੇ ਪਤੀ ਪਤਨੀ ਦਾ ਵਿਆਹ ਹੈ ਜਿਹੜਾ 11 ਸਾਲ ਪਹਿਲਾਂ ਹੋਇਆ ਸੀ, ਦੋਵਾਂ ਦੇ ਵਿੱਚ ਆਪਸੀ ਤਕਰਾਰ ਰਹਿਣ ਲੱਗਿਆ। ਕਰੀਬ 2.5 ਸਾਲ ਹੋ ਗਏ ਨੇ। ਅੰਮ੍ਰਿਤਪਾਲ ਕੌਰ ਆਪਣੇ ਪੇਕੇ ਘਰ ਰਹਿ ਰਹੀ ਹੈ ਤੇ 10 ਸਾਲ ਦਾ ਪੁੱਤਰ ਵੀ ਨਾਲ ਹੀ ਰਹਿੰਦਾ ਹੈ। ਇਸ ਔਰਤ ਨੇ ਇਲਜ਼ਾਮ ਲਾਇਆ ਕਿ ਮੈਂ ਆਪਣਾ ਘਰ ਵਸਾਉਣਾ ਚਾਹੁੰਦੀ ਹਾਂ, ਪਰ ਮੇਰਾ ਜਿਹੜਾ ਪਤੀ ਹੈ ਹਲਕਾ ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਪੀਏ ਉਸ ਨੂੰ ਘਰ ਨਹੀਂ ਵੜਨ ਦੇ ਰਿਹਾ। ਹਾਲਾਂਕਿ ਪੁਲਿਸ ਦੇ ਮੁਤਾਬਿਕ ਇਹ ਪਰਿਵਾਰਿਕ ਮਸਲਾ ਹੈ, ਪਰ ਜੇ ਇਹ ਔਰਤ ਆਪਣੇ ਘਰ ਜਾਣਾ ਚਾਹੁੰਦੀ ਹੈ, ਸਹੁਰੇ ਘਰ ਜਾਣਾ ਚਾਹੁੰਦੀ ਹੈ ਤਾਂ ਐਸਡੀਐਮ ਦੇ ਕੋਲ ਪੇਸ਼ ਕੀਤਾ ਜਾਏਗਾ ਤੇ ਜੋ ਵੀ ਕਾਰਵਾਈ ਹੋ ਸਕਦੀ ਹੈ ਉਹ ਕੀਤੀ ਜਾਏਗੀ। ਕਿਸਾਨਾਂ ਦੇ 27 ਸਤੰਬਰ ਦੇ ਬੰਦ ਦੇ ਮੱਦੇਨਜ਼ਰ ਇੱਕ ਪੇਪਰ ਹੋਣਾ ਸੀ ਸੋਮਵਾਰ ਨੂੰ ਐਡਹਾਕ ਪੱਧਰ ਤੇ ਰੱਖਣ ਲਈ ਸਟੈਨੋਗ੍ਰਾਫਰਸ ਗ੍ਰੇਡ 3 ਦਾ, ਪਰ ਹੁਣ ਇਹ ਟੈਸਟ 29 ਸਤੰਬਰ 2021 ਨੂੰ ਹੋਵੇਗਾ, 27 ਸਤੰਬਰ ਨੂੰ ਨਹੀਂ ਹੋਵੇਗਾ। ਪੰਜਾਬ ਦੇ ਕੰਪਿਊਟਰ ਅਧਿਆਪਕ ਯੂਨੀਅਨ ਨੇ ਐਲਾਨ ਕੀਤਾ ਕਿ 2 ਅਕਤੂਬਰ ਨੂੰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਦੇ ਵਿੱਚ ਸੂਬਾ ਪੱਧਰੀ ਰੈਲੀ ਹੈ ਜਿਹੜੀ ਉਹ ਕੰਪਿਊਟਰ ਅਧਿਆਪਕਾਂ ਦੇ ਵੱਲੋਂ ਕੀਤੀ ਜਾਏਗੀ। ਉਹਨਾਂ ਦੱਸਿਆ ਕਿ ਸਿੱਖਿਆ ਮੰਤਰੀ ਤੇ ਸਿੱਖਿਆ ਸਕੱਤਰ ਨਾਲ 8-10 ਬੈਠਕਾਂ ਕਰ ਚੁੱਕਿਆ, ਮੰਗਾਂ ਨੂੰ ਜਾਇਜ਼ ਦੱਸਦੇ ਨੇ ਪਰ ਮੰਗ ਪੂਰੀ ਨਹੀਂ ਕਰਦੇ। ਸ਼ਨੀਵਾਰ ਯਾਨੀ ਕਿ 25 ਸਤੰਬਰ ਨੂੰ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਕਾਂਸਟੇਬਲ ਦੀ ਪ੍ਰੀਖਿਆ ਹੋਈ। ਬਹੁਤ ਵੱਡੀ ਗਿਣਤੀ ਦੇ ਵਿੱਚ ਇੱਥੇ ਪੰਜਾਬ ਦੇ ਉਮੀਦਵਾਰ ਪ੍ਰੀਖਿਆ ਦੇਣ ਦੇ ਲਈ ਪਹੁੰਚੇ। ਪੰਜਾਬ ਦੀਆਂ ਵੱਖ-ਵੱਖ ਥਾਵਾਂ ਤੇ ਕੇਂਦਰ ਬਣਾਏ ਹੋਏ ਸੀ। ਕਾਂਸਟੇਬਲ ਦੀ ਭਰਤੀ ਦੇ ਲਈ 4358 ਅਸਾਮੀਆਂ ਕੱਢੀਆਂ ਗਈਆਂ, ਪਰ ਇੰਨੀਆਂ ਅਸਾਮੀਆਂ ਦੀ ਪ੍ਰੀਖਿਆ ਦੇਣ ਦੇ ਲਈ ਲੱਗਦਾ ਸੀ ਜਿਵੇਂ ਪੂਰੇ ਪੰਜਾਬ ਦੇ ਨੌਜਵਾਨ ਹੀ ਉੱਠ ਕੇ ਆ ਗਏ ਹੋਣ। ਹਾਲਾਂਕਿ ਪੁਲਿਸ ਵੱਲੋਂ ਪ੍ਰੀਖਿਆ ਕੇਂਦਰਾਂ ਤੇ ਪ੍ਰਬੰਧ ਕੀਤੇ ਗਏ, ਪਰ ਸੜਕਾਂ ਤੇ ਟ੍ਰੈਫਿਕ ਕਾਫੀ ਦਿਖਾਈ ਦਿੱਤਾ। ਹਾਲਾਂਕਿ ਸ਼ਨੀਵਾਰ ਤੇ ਐਤਵਾਰ ਨੂੰ ਆਵਾਜਾਈ ਥੋੜੀ ਘੱਟ ਦਿਖਾਈ ਦਿੰਦੀ ਹੁੰਦੀ ਹੈ, ਪਰ ਸ਼ਨੀਵਾਰ ਨੂੰ ਬੱਸਾਂ ਨੱਕੋ ਨੱਕ ਭਰੀਆਂ ਦੇਖੀਆਂ ਗਈਆਂ। ਬੱਸਾਂ ਦਾ ਹਾਲ ਇਹ ਸੀ ਕਿ ਬੱਸਾਂ ਦੇ ਅੰਦਰ ਅਤੇ ਬੱਸਾਂ ਦੇ ਬਾਹਰ ਤੱਕ ਪੇਪਰ ਦੇਣ ਵਾਲੇ ਪ੍ਰੀਖਿਆਰਥੀ ਨੇ ਜਿਹੜੇ ਉਹ ਲਟਕੇ ਹੋਏ ਸੀ। ਸਫ਼ਰ ਦੇ ਵਿੱਚ ਜ਼ੋਖਮ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ ਕਿ ਬੱਸ ਕੰਡਕਟਰ ਇੱਕ ਬੱਸ ਦੇ ਵਿੱਚ ਟਿਕਟ ਕੱਟਣ ਦੇ ਲਈ ਚੱਲਦੀ ਬੱਸ ਦੇ ਵਿੱਚ ਕਦੇ ਛੱਤ ਦੇ ਉੱਪਰ ਜਾਂਦਾ ਸੀ ਤੇ ਕਦੇ ਫਿਰ ਉਹਨੂੰ ਚੱਲਦੀ ਬੱਸ ਦੇ ਵਿੱਚ ਹੀ ਥੱਲੇ ਆਉਣਾ ਪੈਂਦਾ ਸੀ। ਦੁਰਘਟਨਾ ਦਾ ਪੂਰਾ ਖਤਰਾ ਜਿਹੜਾ ਦਿਖਾਈ ਦੇ ਰਿਹਾ ਸੀ। ਬੱਸਾਂ ਦੀਆਂ ਤਾਕੀਆਂ ਤੱਕ ਸਵਾਰੀਆਂ ਭਰੀਆਂ ਪਈਆਂ ਸੀ। ਕਈ ਨੌਜਵਾਨਾਂ ਨੇ ਦੱਸਿਆ ਕਿ ਟਰਾਂਸਪੋਰਟ ਵਿਭਾਗ ਦੇ ਵੱਲੋਂ ਵਿਦਿਆਰਥੀਆਂ ਦੇ ਲਈ ਜਾਂ ਕਹਿ ਲਈਏ ਕਿ ਉਮੀਦਵਾਰਾਂ ਦੇ ਲਈ ਬੱਸਾਂ ਦਾ ਕੋਈ ਟਰਾਂਸਪੋਰਟ ਦਾ ਕੋਈ ਖਾਸ ਪ੍ਰਬੰਧ ਨਹੀਂ ਕੀਤਾ ਗਿਆ ਤੇ ਕੁਝ ਵਿਦਿਆਰਥੀ ਤਾਂ ਇਹ ਕਹਿੰਦੇ ਦੇਖੇ ਗਏ ਕਿ ਜੇ ਉਹ ਆਪਣੇ ਵਾਹਨਾਂ ਤੇ ਪੇਪਰ ਦੇਣ ਨਾ ਆਉਂਦੇ ਤਾਂ ਸ਼ਾਇਦ ਪੇਪਰ ਦੇਣ ਤੋਂ ਵਾਂਝੇ ਹੀ ਰਹਿ ਜਾਂਦੇ, ਕਿਉਂਕਿ ਬੱਸ ਇੱਕ ਅੱਡੇ ਤੋਂ ਹੀ ਇੰਨੀ ਭਰ ਜਾਂਦੀ ਸੀ ਕਿ ਦੂਸਰੇ ਅੱਡੇ ਤੇ ਬੱਸ ਖੜਦੀ ਹੀ ਨਹੀਂ ਸੀ। ਇਸ ਤੋਂ ਪਹਿਲਾਂ ਪੰਜਾਬ ਪੁਲਿਸ ਦੇ ਲਈ ਸਬ ਇੰਸਪੈਕਟਰ, ਹੈੱਡ ਕਾਂਸਟੇਬਲ ਦੀ ਪ੍ਰੀਖਿਆ ਵੀ ਹੋ ਚੁੱਕੀ ਹੈ। ਇਹਨਾਂ ਪ੍ਰੀਖਿਆਵਾਂ ਦੇ ਵਿੱਚ ਵੀ ਵੱਡੀ ਗਿਣਤੀ ਵਿੱਚ ਉਮੀਦਵਾਰ ਪੇਪਰ ਦੇਣ ਲਈ ਪਹੁੰਚੇ ਹੋਏ ਸੀ। ਮਾਨਸਾ ਜ਼ਿਲ੍ਹੇ ਦੇ ਪਿੰਡ ਫਫੜੇ ਭਾਈਕੇ ਵਿੱਚ ਇੱਕ ਦਲਿਤ ਲੜਕੇ ਦੀ ਮੌਤ ਦੇ ਮਾਮਲੇ ਵਿੱਚ ਮੁਆਵਜ਼ਾ ਦਿੱਤੇ ਜਾਣ ਦੇ ਹੁਕਮਾਂ ਦੀ ਪਾਲਣਾ ਨਾ ਹੋਣ ਦਾ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਨੇ ਸਖਤ ਨੋਟਿਸ ਲਿਆ
ਲਿਆ ਹੈ। ਡਿਵੀਜ਼ਨਲ ਕਮਿਸ਼ਨਰ ਫਰੀਦਕੋਟ ਡਿਵੀਜ਼ਨ ਨੂੰ ਤੁਰੰਤ ਦੋਸ਼ੀ ਸਰਕਾਰੀ ਅਧਿਕਾਰੀਆਂ ਖਿਲਾਫ SC/ST ਐਕਟ 1999 ਦੀ ਧਾਰਾ 4 ਦੇ ਤਹਿਤ ਮਾਮਲਾ ਦਰਜ ਕਰਨ ਦੇ ਹੁਕਮ ਦੇ ਦਿੱਤੇ ਨੇ। ਹਫ਼ਤੇ ਅੰਦਰ ਰਿਪੋਰਟ ਭੇਜਣ ਦੇ ਲਈ ਕਿਹਾ ਹੈ। ਮ੍ਰਿਤਕ ਦੇ ਛੋਟੇ ਭਰਾ ਨੂੰ ਮੁਫਤ ਸਿੱਖਿਆ, ਮਾਤਾ ਨੂੰ ਮਕਾਨ ਬਣਾਉਣ ਲਈ ਤੁਰੰਤ ਬਣਦੀ ਸਹਾਇਤਾ ਰਾਸ਼ੀ ਤੇ 5000 ਰੁਪਏ ਤੱਕ ਪ੍ਰਤੀ ਮਹੀਨਾ ਪੈਨਸ਼ਨ ਜਾਰੀ ਕਰਨ ਦੇ ਹੁਕਮ ਵੀ ਦਿੱਤੇ ਗਏ ਨੇ। ਦਰਅਸਲ ਪੰਜਾਬ ਪੁਲਿਸ ਜਾਂਚ ਦੇ ਲਈ ਦਲਿਤ ਪਰਿਵਾਰ ਦੇ ਇੱਕ ਲੜਕੇ ਨੂੰ ਥਾਣੇ ਲੈ ਗਈ ਸੀ, ਜਿਸ ਦੀ ਘਰ ਪਰਤਣ ਤੋਂ ਬਾਅਦ ਮੌਤ ਹੋ ਗਈ ਸੀ। ਇਸ ਮਾਮਲੇ ਵਿੱਚ ਵਿਜੇ ਸਾਂਪਲਾ ਨੇ DC ਮਾਨਸਾ ਨੂੰ ਹੁਕਮ ਦਿੱਤੇ ਨੇ ਕਿ ਐਕਟ ਦੇ ਤਹਿਤ ਪੀੜਤ ਪਰਿਵਾਰ ਨੂੰ 8,25,000 ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਜਾਵੇ, ਜਿਹਦੇ ਵਿੱਚੋਂ 4,25,000 ਰੁਪਏ ਤੁਰੰਤ ਜਾਰੀ ਕੀਤੇ ਜਾਣ। ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਦਖਲ ਪਿੱਛੋਂ ਪੰਜਾਬ ਵਿਧਾਨ ਸਭਾ ਨੇ ਰੋਸਟਰ ਰਜਿਸਟਰ ਲਾਗੂ ਕਰਨ ਲਈ ਕਮੇਟੀ ਦਾ ਗਠਨ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਿਊਯਾਰਕ ਦੇ ਵਿੱਚ ਪਹੁੰਚੇ ਹੋਏ ਨੇ, ਅਮਰੀਕਾ ਦੇ ਵਿੱਚ ਪਹੁੰਚੇ ਹੋਏ ਨੇ। ਹਾਲਾਂਕਿ ਜ਼ਿਆਦਾਤਰ ਮੀਡੀਆ ਹੀ ਦਿਖਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਦਾ ਨਿਊਯਾਰਕ ਪਹੁੰਚਣ ਤੇ ਜ਼ੋਰਦਾਰ ਸਵਾਗਤ ਹੋਇਆ। ਵੰਦੇ ਮਾਤਰਮ ਤੇ ਭਾਰਤ ਮਾਤਾ ਦੀ ਜੈ ਦੇ ਨਾਅਰੇ ਲੱਗੇ, ਪਰ ਅਸੀਂ ਤੁਹਾਨੂੰ ਦਿਖਾਵਾਂਗੇ ਵਿਰੋਧ ਦੀਆਂ ਵੀ ਤਸਵੀਰਾਂ ਕਿ ਪ੍ਰਧਾਨ ਮੰਤਰੀ ਮੋਦੀ ਦਾ ਜੇ ਸਵਾਗਤ ਹੋਇਆ ਹੈ ਤਾਂ ਵਿਰੋਧ ਵੀ ਹੋਇਆ ਹੈ। ਸ਼ੁੱਕਰਵਾਰ ਨੂੰ ਕੁਐਡ ਦੇਸ਼ਾਂ ਦੇ ਨਾਲ ਬੈਠਕ ਕਰਨ ਤੋਂ ਬਾਅਦ ਮੋਦੀ ਨਿਊਯਾਰਕ ਪਹੁੰਚ ਗਏ ਸੀ। ਇੱਥੇ ਹੋਟਲ ਦੇ ਬਾਹਰ ਇਕੱਠੇ ਹੋਏ ਲੋਕਾਂ ਨੂੰ ਪ੍ਰਧਾਨ ਮੰਤਰੀ ਮੋਦੀ ਮਿਲੇ ਤੇ ਇੱਥੇ ਲੋਕਾਂ ਨੇ ਨਾਅਰੇ ਲਾਏ ਮੋਦੀ ਦੇ ਹੱਕ ਦੇ ਵਿੱਚ। ਤੇ ਜੇ ਤੁਹਾਨੂੰ ਵਾਸ਼ਿੰਗਟਨ DC ਦੀਆਂ ਤਸਵੀਰਾਂ ਦਿਖਾ ਦਈਏ ਤਾਂ ਇੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜ਼ੋਰਦਾਰ ਵਿਰੋਧ ਕੀਤਾ ਗਿਆ। ਲੋਕਾਂ ਨੇ ਹੱਥਾਂ ਦੇ ਵਿੱਚ ਬੈਨਰ ਫੜੇ ਹੋਏ ਸੀ। ਨੋ ਫਾਰਮਰਸ ਨੋ ਫੂਡ ਦੇ ਨਾਅਰੇ ਨੇ ਜਿਹੜੇ ਉਹ ਇੱਥੇ ਲਗਾਏ ਗਏ। ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਦੀ ਅਪੀਲ ਦੇ ਉੱਤੇ ਇੱਥੇ ਲੋਕਾਂ ਨੇ ਇਕੱਠੇ ਹੋ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵੱਖ-ਵੱਖ ਥਾਵਾਂ ਤੇ ਵਿਰੋਧ ਕੀਤਾ। ਕਿਸਾਨ ਲੀਡਰਾਂ ਨੇ ਸੁਨੇਹੇ ਦਿੱਤੇ ਸੀ ਕਿ ਪ੍ਰਧਾਨ ਮੰਤਰੀ ਮੋਦੀ ਅੱਜ ਤੱਕ ਸਾਡੇ ਕੋਲ ਨਹੀਂ ਪਹੁੰਚੇ। 10 ਮਹੀਨੇ ਸਾਨੂੰ ਦਿੱਲੀ ਦੀਆਂ ਸਰਹੱਦਾਂ ਤੇ ਬੈਠਿਆਂ ਨੂੰ ਹੋ ਗਏ ਨੇ, ਪੰਜਾਬ ਦੇ ਵਿੱਚ ਸਾਨੂੰ 1 ਸਾਲ ਹੋ ਗਿਆ, ਪਰ ਮੋਦੀ ਸਾਨੂੰ ਅਣਗੌਲਿਆ ਕਰ ਰਹੇ ਨੇ। ਇਸ ਕਰਕੇ ਤੁਸੀਂ ਘੇਰ ਕੇ ਸਵਾਲ ਪੁੱਛਿਓ। ਹਾਲਾਂਕਿ ਮੋਦੀ ਇਹਨਾਂ ਲੋਕਾਂ ਨੂੰ ਦਿਖਾਈ ਤਾਂ ਨਹੀਂ ਦਿੱਤੇ, ਕਿਉਂਕਿ ਸੁਰੱਖਿਆ ਪ੍ਰੋਟੋਕੋਲ ਨੂੰ ਤੋੜਨਾ ਕੋਈ ਸੌਖਾ ਨਹੀਂ ਹੁੰਦਾ, ਪਰ ਵੱਡੀ ਗਿਣਤੀ ਵਿੱਚ ਪਹੁੰਚੇ ਲੋਕਾਂ ਨੇ ਰੋਸ ਮੁਜ਼ਾਹਰਾ ਕੀਤਾ। ਛੋਟੇ-ਛੋਟੇ ਬੱਚੇ ਵੀ ਇੱਥੇ ਪਹੁੰਚੇ ਹੋਏ ਸੀ। ਨਾਅਰੇਬਾਜ਼ੀ ਵੀ ਕੀਤੀ ਗਈ। स्पीच के रूप में लोगों के सामने में प्रकट करें। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਜੋ ਬਾਈਡਨ ਦੇ ਨਾਲ ਵੀ ਮੁਲਾਕਾਤ ਕੀਤੀ। ਆਪਣੀ ਪਹਿਲੀ ਮੁਲਾਕਾਤ ਦੇ ਵਿੱਚ ਅਮਰੀਕਾ ਵਿੱਚ ਭਾਰਤੀ ਭਾਈਚਾਰੇ ਨਾਲ ਜੁੜੇ ਕਈ ਮਸਲੇ ਮੋਦੀ ਨੇ ਚੁੱਕੇ, ਜਿਨ੍ਹਾਂ ਵਿੱਚ ਅਮਰੀਕਾ ਵਿੱਚ ਭਾਰਤੀ ਪੇਸ਼ੇਵਰਾਂ ਦੀ ਪਹੁੰਚ ਅਤੇ H-1B ਵੀਜ਼ਾ ਸ਼ਾਮਲ ਸਨ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਮੋਦੀ ਨਾਲ ਮੁਲਾਕਾਤ ਤੋਂ ਬਾਅਦ ਕਿਹਾ ਕਿ ਭਾਰਤ ਅਤੇ ਅਮਰੀਕਾ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰੀ ਦੇਸ਼ ਨੇ। ਦੋਵੇਂ ਦੇਸ਼ ਮਿਲ ਕੇ ਸਖਤ ਚੁਣੌਤੀਆਂ ਦਾ ਸਾਹਮਣਾ ਕਰ ਸਕਦੇ ਨੇ। ਦੋਵਾਂ ਲੀਡਰਾਂ ਦੀ ਮੁਲਾਕਾਤ 60 ਮਿੰਟਾਂ ਦੀ ਬਜਾਏ 90 ਮਿੰਟਾਂ ਤੋਂ ਵੀ ਜ਼ਿਆਦਾ ਚੱਲੀ। ਹਾਲਾਂਕਿ 60 ਮਿੰਟ ਨਿਰਧਾਰਿਤ ਕੀਤੇ ਗਏ ਸੀ। ਬਾਈਡਨ ਨੇ ਟਵਿੱਟਰ ਤੇ ਮੋਦੀ ਨਾਲ ਤਸਵੀਰ ਵੀ ਸਾਂਝੀ ਕੀਤੀ। ਬੁਲੇਟਿਨ ਦੇ ਵਿੱਚ ਕੁਝ ਖਾਸ ਤੇ ਵੱਡੀਆਂ ਖਬਰਾਂ ਪੂਰੇ ਭਾਰਤ ਦੀਆਂ। ਖਬਰ ਉੱਤਰ ਪ੍ਰਦੇਸ਼ ਤੋਂ ਹੈ, ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ UP ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਖਿਲਾਫ ਸੋਸ਼ਲ ਮੀਡੀਆ ਤੇ ਕਥਿਤ ਤੌਰ ਤੇ ਇੱਕ ਅਪਮਾਨਜਨਕ ਵੀਡੀਓ ਪਾਉਣ ਦੇ ਇਲਜ਼ਾਮ ਵਿੱਚ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਖਬਰ ਓਡੀਸ਼ਾ ਅਤੇ ਆਂਧਰਾ ਪ੍ਰਦੇਸ਼ ਤੋਂ ਹੈ, ਜਿੱਥੇ ਸਾਈਕਲੋਨ ਅਲਰਟ ਜਾਰੀ ਕਰ ਦਿੱਤਾ ਗਿਆ। NDRF ਦੀਆਂ 18 ਟੀਮਾਂ ਤਾਇਨਾਤ ਕਰ ਦਿੱਤੀਆਂ ਨੇ। ਬੰਗਾਲ ਦੀ ਖਾੜੀ ਵਿੱਚ ਚੱਕਰਵਾਤੀ ਤੂਫਾਨ ਨੂੰ ਲੈ ਕੇ ਮੌਸਮ ਵਿਭਾਗ ਦੇ ਅਨੁਮਾਨ ਨੂੰ ਧਿਆਨ ਵਿੱਚ ਰੱਖਦੇ ਹੋਏ ਤੱਟਵਰਤੀ ਸੂਬੇ ਓਡੀਸ਼ਾ ਨੇ 7 ਜ਼ਿਲ੍ਹਿਆਂ ਨੂੰ ਹਾਈ ਅਲਰਟ ਤੇ ਰੱਖਿਆ। ਮੌਸਮ ਵਿਭਾਗ ਦਾ ਅੰਦਾਜ਼ਾ ਹੈ ਕਿ ਚੱਕਰਵਾਤੀ ਤੂਫਾਨ ਓਡੀਸ਼ਾ ਦੇ ਦੱਖਣੀ ਇਲਾਕਿਆਂ ਤੋਂ ਹੋ ਕੇ ਗੁਆਂਢੀ ਸੂਬੇ ਆਂਧਰਾ ਪ੍ਰਦੇਸ਼ ਵੱਲ ਵੱਧ ਸਕਦਾ ਹੈ। ਓਡੀਸ਼ਾ ਦੇ 7 ਜ਼ਿਲ੍ਹਿਆਂ ਗਜਪਤੀ, ਗੰਜਮ, ਰਾਏਗੜ੍ਹ, ਕੋਰਾਪੁੱਟ, ਮਲਕਾਨਗਿਰੀ, ਨਵਰੰਗਪੁਰ ਅਤੇ ਕੰਧਮਾਲ ਦੇ ਵਿੱਚ ਓਡੀਸ਼ਾ ਡਿਜ਼ਾਸਟਰ ਰੈਪਿਡ ਐਕਸ਼ਨ ਫੋਰਸ ਦੀਆਂ 42 ਟੀਮਾਂ, ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ ਦੇ 24 ਸਕੁਐਡਸ ਤੋਂ ਇਲਾਵਾ ਹੋਰ ਵਿਭਾਗਾਂ ਦੇ ਲੋਕਾਂ ਨੂੰ ਵੀ ਭੇਜਿਆ ਗਿਆ ਹੈ। CBDT ਯਾਨੀ ਕਿ ਕੇਂਦਰੀ ਸਿੱਧੇ ਕਰ ਬੋਰਡ ਨੇ ਦਾਅਵਾ ਕੀਤਾ ਕਿ ਆਮਦਨ ਕਰ ਵਿਭਾਗ ਨੇ ਚੇਨਈ ਦੇ ਵਿੱਚ ਵਿੱਤ ਨਾਲ ਜੁੜੇ 2 ਪ੍ਰਾਈਵੇਟ ਸਿੰਡੀਕੇਟ ਸਮੂਹਾਂ ਤੇ ਛਾਪੇ ਦੌਰਾਨ 300 ਕਰੋੜ ਰੁਪਏ ਦੇ ਕਾਲੇ ਧਨ ਦਾ ਪਤਾ ਲਾਇਆ। ਇਹ ਛਾਪੇ 23 ਦਸੰਬਰ ਨੂੰ ਤਾਮਿਲਨਾਡੂ ਦੀ ਰਾਜਧਾਨੀ ਵਿਚਲੇ 35 ਅਹਾਤਿਆਂ ਦੇ ਵਿੱਚ ਮਾਰੇ ਗਏ। ਗਲੋਬਲ ਕਾਊਂਟਰ ਟੈਰਰਿਜ਼ਮ ਕੌਂਸਲ ਦੇ ਸਲਾਹਕਾਰ ਬੋਰਡ ਨੇ ਦੱਸਿਆ ਕਿ ਚੀਨ ਵੱਲੋਂ ਸਰਹੱਦ ਦੇ ਨਾਲ-ਨਾਲ ਵਸਾਏ ਗਏ ਆਧੁਨਿਕ ਪਿੰਡ ਭਾਰਤ ਦੇ ਲਈ ਚਿੰਤਾ ਦਾ ਵਿਸ਼ਾ ਨੇ। ਇਸ ਮਾਹਿਰ ਨੇ ਦੱਸਿਆ ਕਿ ਚੀਨ ਨੇ ਭਾਰਤ ਨਾਲ ਲੱਗਦੀ ਆਪਣੀ ਸਰਹੱਦ ਉੱਤੇ 680 ਸ਼ਿਆਓਕਾਂਗ
ਜਿਹਨੂੰ ਖੁਸ਼ਹਾਲ ਜਾਂ ਉੱਨਤ ਪਿੰਡ ਕਹਿ ਸਕਦੇ ਨੇ ਉਹ ਵਸਾਏ ਗਏ ਨੇ। ਇਹ ਪਿੰਡ ਭਾਰਤੀ ਪੇਂਡੂਆਂ ਨੂੰ ਬਿਹਤਰ ਚੀਨੀ ਜੀਵਨ ਵੱਲ ਆਕਰਸ਼ਿਤ ਕਰਨ ਲਈ ਬਣਾਏ ਗਏ ਨੇ ਤੇ ਨਾਲ ਹੀ ਸਰਹੱਦ ਤੇ ਵਸੇ ਪਿੰਡ ਸਰਕਾਰ ਲਈ ਅੱਖਾਂ ਤੇ ਕੰਨਾਂ ਦੇ ਵਜੋਂ ਵੀ ਕੰਮ ਕਰ ਰਹੇ ਨੇ, ਯਾਨੀ ਕਿ ਜਾਸੂਸੀ ਦਾ ਕੰਮ ਕਰ ਰਹੇ ਨੇ। ਜਿਨ੍ਹਾਂ ਪਿੰਡਾਂ ਦੇ ਵਿੱਚ ਚੀਨੀ ਲੋਕ ਵਸਦੇ ਨੇ, ਇੰਨੇ ਵਿਕਸਿਤ ਤੇ ਖੁਸ਼ਹਾਲ ਇਹ ਪਿੰਡ ਦਿਖਾਏ ਗਏ ਨੇ ਕਿ ਸਰਹੱਦਾਂ ਤੇ ਵਸਦੇ ਭਾਰਤੀ ਇਲਾਕਿਆਂ ਦੇ ਲੋਕ ਨੇ ਜਿਹੜੇ ਉਹ ਇਹਨਾਂ ਪਿੰਡਾਂ ਤੋਂ ਪ੍ਰਭਾਵਿਤ ਹੋਏ ਬਿਨਾਂ ਰਹਿ ਨਹੀਂ ਸਕਦੇ। ਸੀਪੀਆਈ ਦੇ ਲੀਡਰ ਕਨ੍ਹਈਆ ਕੁਮਾਰ ਤੇ ਗੁਜਰਾਤ ਦੇ ਆਜ਼ਾਦ ਵਿਧਾਇਕ ਜਗਨੇਸ਼ ਮੇਵਾਨੀ 28 ਸਤੰਬਰ ਨੂੰ ਕਾਂਗਰਸ ਦੇ ਵਿੱਚ ਸ਼ਾਮਿਲ ਹੋ ਜਾਣਗੇ। ਦੋਵੇਂ ਲੀਡਰ ਕਾਂਗਰਸ ਦੇ ਸੀਨੀਅਰ ਲੀਡਰ ਰਾਹੁਲ ਗਾਂਧੀ ਦੀ ਮੌਜੂਦਗੀ ਵਿੱਚ ਕਾਂਗਰਸ ਵਿੱਚ ਐਂਟਰੀ ਮਾਰਨਗੇ। ਦੋਵੇਂ ਲੀਡਰਾਂ ਨੇ ਆਪਣੇ ਮੋਬਾਈਲ ਫੋਨ ਬੰਦ ਕਰ ਦਿੱਤੇ ਨੇ। ਹਾਲ ਹੀ ਵਿੱਚ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਸੀ। ਸੋ ਆਪਾਂ ਦੇਖ ਲੈਂਦੇ ਹਾਂ ਦੇਸ਼ ਦੀ ਰਾਜਨੀਤੀ ਦੇ ਵਿੱਚ ਕੋਈ ਵੀ ਆਪਣੀ ਵੱਖਰੀ ਵਿਚਾਰਧਾਰਾ ਲੈ ਕੇ ਜੇ ਸਿਆਸਤ ਦੇ ਵਿੱਚ ਆਇਆ ਹੈ ਤਾਂ ਕਿਸੇ ਨਾ ਕਿਸੇ ਦਿਨ ਜਾ ਕੇ ਉਹਨੂੰ ਜਿਹੜੀਆਂ ਵਿਚਾਰਧਾਰਕ ਮਤਭੇਦਾਂ ਵਾਲੀਆਂ ਪਾਰਟੀਆਂ ਹੈਗੀਆਂ ਨੇ, ਪੁਰਾਣੀਆਂ ਪਾਰਟੀਆਂ, ਉਹਨਾਂ ਦੇ ਵਿੱਚ ਹੀ ਸ਼ਾਮਿਲ ਹੋਣਾ ਪੈ ਜਾਂਦਾ ਹੈ। ਉਹੀ ਕੁਝ ਕਨ੍ਹਈਆ ਕੁਮਾਰ ਕਰ ਰਹੇ ਨੇ। ਰਾਜਸਥਾਨ ਤੋਂ ਵੱਡੇ ਸੜਕ ਹਾਦਸੇ ਦੀ ਖਬਰ ਹੈ, ਜਿੱਥੇ ਰਾਜਧਾਨੀ ਜੈਪੁਰ ਦੇ ਚਾਕਸੂ ਦੇ ਵਿੱਚ ਵੱਡਾ ਹਾਦਸਾ ਵਾਪਰਿਆ। ਹਾਦਸੇ ਵਿੱਚ 6 ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ। ਦਰਦਨਾਕ ਇਹ ਹੈ ਕਿ 6 ਦੇ 6 ਨੌਜਵਾਨ ਪ੍ਰੀਖਿਆ ਦੇਣ ਜਾ ਰਹੇ ਸੀ। 5 ਨੌਜਵਾਨ ਜ਼ਖਮੀ ਵੀ ਹੋਏ ਨੇ। ਸਾਰੇ ਮ੍ਰਿਤਕ ਅਤੇ ਜ਼ਖਮੀ ਰਾਜਸਥਾਨ ਅਧਿਆਪਕ ਯੋਗਤਾ ਪ੍ਰੀਖਿਆ REET ਯਾਨੀ ਕਿ ਰੀਟ ਦੀ ਪ੍ਰੀਖਿਆ ਲਈ ਜਾ ਰਹੇ ਸੀ। ਸੂਚਨਾ ਮਿਲਣ ਤੇ ਪਹੁੰਚੀ ਪੁਲਿਸ ਨੇ ਲਾਸ਼ਾਂ ਨੂੰ ਸਰਕਾਰੀ ਹਸਪਤਾਲ ਦੇ ਮੁਰਦਾ ਘਰ ਵਿੱਚ ਰਖਵਾ ਦਿੱਤਾ। ਜ਼ਖਮੀਆਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਇਹ ਸਾਰੇ ਨੌਜਵਾਨ ਇਕੱਠੇ ਇੱਕ ਵੈਨ ਕਿਰਾਏ ਤੇ ਕਰਕੇ ਪੇਪਰ ਦੇਣ ਜਾ ਰਹੇ ਸੀ। ਚਾਕਸੂ ਪਹੁੰਚਣ ਤੇ ਵੈਨ ਬੇਕਾਬੂ ਹੋ ਕੇ ਟ੍ਰੇਲਰ ਨਾਲ ਟਕਰਾ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਵੈਨ ਬੁਰੀ ਤਰ੍ਹਾਂ ਦੇ ਨਾਲ ਨੁਕਸਾਨੀ ਗਈ। ਹਾਦਸੇ ਵਿੱਚ ਵੈਨ ਸਵਾਰ ਡਰਾਈਵਰ ਸਮੇਤ 6 ਨੌਜਵਾਨਾਂ ਦੀ ਮੌਤ ਹੋ ਗਈ। ਤੇ ਰਾਜਸਥਾਨ ਦੇ ਵਿੱਚ ਰੀਟ ਦੀ ਪ੍ਰੀਖਿਆ ਹਾਲੇ ਕੱਲ ਨੂੰ ਹੋਣੀ ਹੈ। ਇੱਕ ਦਿਨ ਪਹਿਲਾਂ ਹੀ ਉਹ ਚੱਲ ਪਏ ਸੀ, ਦੂਰ ਦੇ ਹੋਣ ਕਰਕੇ, ਪਰ ਪੇਪਰ ਤੋਂ ਪਹਿਲਾਂ ਹੀ ਉਹਨਾਂ ਦੇ ਪਰਿਵਾਰ ਵਾਲਿਆਂ ਨੂੰ ਬਹੁਤ ਹੀ ਬੁਰੀ ਖਬਰ ਹੈ ਜਿਹੜੀ ਉਹ ਮਿਲੀ ਹੈ। ਵੱਡੀਆਂ ਤੇ ਅਹਿਮ ਖਬਰਾਂ ਪੂਰੀ ਦੁਨੀਆ ਤੋਂ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸੰਯੁਕਤ ਰਾਸ਼ਟਰ ਦੀ 75ਵੇਂ ਆਮ ਇਜਲਾਸ ਨੂੰ ਵਰਚੁਅਲ ਤਰੀਕੇ ਦੇ ਨਾਲ ਸੰਬੋਧਨ ਕੀਤਾ। ਭਾਰਤ ਦੀ ਹੁਕਮਰਾਨ ਪਾਰਟੀ BJP ਦੀ ਆਲੋਚਨਾ ਕਰਦਿਆਂ ਇਮਰਾਨ ਨੇ ਕਿਹਾ ਕਿ ਭਾਰਤ ਵਿੱਚ ਇਸਲਾਮੋਫੋਬੀਆ ਦਾ ਸਭ ਤੋਂ ਬੁਰਾ ਰੂਪ ਹੈ। ਇਮਰਾਨ ਨੇ ਆਪਣੇ ਸੰਬੋਧਨ ਵਿੱਚ ਭਾਰਤ ਤੇ ਇਸਲਾਮਿਕ ਇਤਿਹਾਸ ਅਤੇ ਵਿਰਾਸਤ ਨੂੰ ਨਸ਼ਟ ਕਰਨ ਦੀ ਕੋਸ਼ਿਸ਼ ਦਾ ਇਲਜ਼ਾਮ ਲਾਇਆ। ਉਹਨਾਂ ਨੇ 5 ਅਗਸਤ 2019 ਨੂੰ ਭਾਰਤ ਸ਼ਾਸਿਤ ਜੰਮੂ ਕਸ਼ਮੀਰ ਤੋਂ ਸੂਬੇ ਦਾ ਦਰਜਾ ਖੋਹਣ ਅਤੇ ਧਾਰਾ 370 ਖਤਮ ਕਰਨ ਲਈ ਵੀ BJP ਦੀ ਤਿੱਖੀ ਆਲੋਚਨਾ ਕੀਤੀ। ਇਮਰਾਨ ਨੇ ਕਿਹਾ ਕਿ ਉਸ ਸਮੇਂ ਭਾਰਤ ਨੇ 9 ਲੱਖ ਫੌਜ ਰਾਹੀਂ ਡਰ ਦੀ ਲਹਿਰ ਪੈਦਾ ਕੀਤੀ ਸੀ। ਉਹਨਾਂ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੇ ਕਸ਼ਮੀਰ ਮੁੱਦੇ ਬਾਰੇ ਮਤਿਆਂ ਦਾ ਹਵਾਲਾ ਦਿੱਤਾ। ਕਿਹਾ ਕਿ ਭਾਰਤੀ ਕਾਰਵਾਈਆਂ ਇਹਨਾਂ ਮਤਿਆਂ ਦੀ ਸਪਸ਼ਟ ਉਲੰਘਣਾ ਸੀ, ਜਿਨ੍ਹਾਂ ਵਿੱਚ ਕਿਹਾ ਗਿਆ ਸੀ ਕਿ ਮੁੱਦੇ ਨੂੰ ਸੰਯੁਕਤ ਰਾਸ਼ਟਰ ਦੀ ਅਗਵਾਈ ਵਿੱਚ ਇੱਕ ਪਾਰਦਰਸ਼ੀ ਅਤੇ ਸੁਤੰਤਰ ਰੈਫਰੈਂਡਮ ਰਾਹੀਂ ਸੁਲਝਾਇਆ ਜਾਵੇਗਾ। ਇਮਰਾਨ ਨੇ ਅਫਗਾਨਿਸਤਾਨ ਬਾਰੇ ਬੋਲਦਿਆਂ ਕਿਹਾ ਕਿ ਅਫਗਾਨਿਸਤਾਨ ਵਿੱਚ ਲੜਾਈ ਦਾ ਸਭ ਤੋਂ ਜ਼ਿਆਦਾ ਨੁਕਸਾਨ ਪਾਕਿਸਤਾਨ ਨੇ ਝੱਲਿਆ, ਪਰ ਪਾਕਿਸਤਾਨ ਦੀ ਮਦਦ ਲਈ ਤਾਰੀਫ ਕਰਨ ਦੀ ਥਾਂ ਉਸ ਨੂੰ ਪਾਕਿਸਤਾਨ ਅਫਗਾਨਿਸਤਾਨ ਵਿਚਲੇ ਘਟਨਾਕ੍ਰਮ ਦੇ ਲਈ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਸੋ ਇਮਰਾਨ ਖਾਨ ਨੇ UN ਅਸੈਂਬਲੀ ਦੇ ਵਿੱਚ BJP ਦੀ ਜਿਹੜੀ ਤਿੱਖੀ ਆਲੋਚਨਾ ਕੀਤੀ ਹੈ ਉਸ ਦਾ ਭਾਰਤ ਸਰਕਾਰ ਨੇ ਜਵਾਬ ਵੀ ਦਿੱਤਾ ਹੈ। ਪਾਕਿਸਤਾਨ ਅਗਲਾਊ ਅਤੇ ਅੱਤਵਾਦੀਆਂ ਦੇ ਲਈ ਸਵਰਗ ਹੈ, UN ਦੇ ਵਿੱਚ ਭਾਰਤ ਨੇ ਕਿਹਾ ਹੈ। ਇਮਰਾਨ ਖਾਨ ਬੋਲ ਕੇ ਗਏ ਤਾਂ ਭਾਰਤ ਦੀ ਇੱਕ ਜੂਨੀਅਰ ਆਫੀਸਰ ਨੇ ਕਰਾਰਾ ਜਵਾਬ ਦਿੰਦਿਆਂ ਕਿਹਾ ਕਿ ਪਾਕਿਸਤਾਨ ਇੱਕ ਅਜਿਹਾ ਮੁਲਕ ਹੈ ਜਿੱਥੇ ਅੱਤਵਾਦੀ ਬਿਨਾਂ ਕਿਸੇ ਰੋਕ ਟੋਕ ਆ ਜਾ ਸਕਦੇ ਨੇ। ਉਹਨਾਂ ਕਿਹਾ ਕਿ ਪਾਕਿਸਤਾਨ ਦੀ ਆਲਮੀ ਪੱਧਰ ਤੇ ਅੱਤਵਾਦੀਆਂ ਨੂੰ ਹਮਾਇਤ ਦੇਣ ਦੇ ਮਾਮਲੇ ਵਿੱਚ ਨਿਸ਼ਾਨਦੇਹੀ ਕੀਤੀ ਜਾ ਚੁੱਕੀ ਹੈ। ਜਿਨ੍ਹਾਂ ਨੂੰ ਸੰਯੁਕਤ ਰਾਸ਼ਟਰ ਨੇ ਅੱਤਵਾਦੀ ਐਲਾਨ ਰੱਖਿਆ ਉਹਨਾਂ ਨੂੰ ਵੀ ਪਾਕਿਸਤਾਨ ਪਨਾਹ ਦਿੰਦਾ ਹੈ। ਉਸਾਮਾ ਬਿਨ ਲਾਦਨ ਨੂੰ ਪਾਕਿਸਤਾਨ ਨੇ ਸ਼ਰਨ ਦੇ ਰੱਖੀ ਸੀ। ਇੱਥੋਂ ਤੱਕ ਕਿ ਪਾਕਿਸਤਾਨ ਅੱਜ ਵੀ ਉਸਾਮਾ ਨੂੰ ਸ਼ਹੀਦ ਦੱਸਦਾ ਹੈ। ਪਾਕਿਸਤਾਨ ਅੱਤਵਾਦੀਆਂ ਦਾ ਪਾਲਣ ਪੋਸ਼ਣ ਕਰਦਾ ਹੈ। ਅਸੀਂ ਸੁਣਦੇ ਰਹੇ ਹਾਂ ਕਿ ਪਾਕਿਸਤਾਨ ਖੁਦ ਅੱਤਵਾਦ ਦਾ ਸ਼ਿਕਾਰ ਹੈ। ਦਰਅਸਲ ਪਾਕਿਸਤਾਨ ਇੱਕ ਅਜਿਹਾ ਮੁਲਕ ਹੈ ਜੋ ਅੱਗ ਬੁਝਾਉਣ ਵਾਲਾ ਬਣ ਕੇ ਅੱਗ ਲਾਉਂਦਾ ਹੈ। ਪਾਕਿਸਤਾਨ ਦੇ ਲਈ ਬਹੁਲਤਾਵਾਦ ਨੂੰ ਸਮਝਣਾ ਬਹੁਤ ਮੁਸ਼ਕਿਲ ਹੈ ਕਿਉਂਕਿ ਉੱਥੇ ਘੱਟ ਗਿਣਤੀਆਂ ਲਈ ਸਿਖਰ ਤੱਕ ਪਹੁੰਚਣ ਤੇ ਪਾਬੰਦੀ ਹੈ। ਪੂਰਾ ਜੰਮੂ ਕਸ਼ਮੀਰ ਅਤੇ ਲੱਦਾਖ ਭਾਰਤ ਦਾ ਅਨਿੱਖੜ ਅੰਗ ਹੈ ਤੇ ਹਮੇਸ਼ਾ ਰਹੇਗਾ। ਅਫਗਾਨਿਸਤਾਨ ਤੋਂ ਦਿਲ ਕੰਬਾਊ ਖਬਰਾਂ ਸਾਹਮਣੇ ਆਈਆਂ ਨੇ। ਤਾਲਿਬਾਨ ਨੇ ਹਿਰਾਤ ਸ਼ਹਿਰ ਦੇ ਚੌਰਾਹਿਆਂ ਤੇ 4 ਲੋਕਾਂ ਦੀਆਂ ਲਾਸ਼ਾਂ ਲਟਕਾ ਦਿੱਤੀਆਂ ਨੇ। ਪੱਛਮੀ ਅਫਗਾਨਿਸਤਾਨ ਦੇ ਹਿਰਾਤ ਸ਼ਹਿਰ ਤੋਂ ਇਹ ਰਿਪੋਰਟਾਂ ਮਿਲੀਆਂ ਨੇ ਕਿ ਸ਼ਹਿਰ ਦੇ ਚੌਰਾਹਿਆਂ ਤੇ 4 ਲੋਕਾਂ ਦੀਆਂ ਲਾਸ਼ਾਂ ਲਟਕੀਆਂ ਦੇਖੀਆਂ ਜਾ ਰਹੀਆਂ ਨੇ। ਤਾਲਿਬਾਨ ਨੇ ਇਹਨਾਂ 4 ਲੋਕਾਂ ਨੂੰ ਕਿਡਨੈਪਿੰਗ ਦੇ ਇਲਜ਼ਾਮ ਦੇ ਵਿੱਚ ਗ੍ਰਿਫਤਾਰ ਕੀਤਾ ਸੀ। ਉਹਨਾਂ ਨੂੰ ਪਹਿਲਾਂ ਗੋਲੀਆਂ ਮਾਰੀਆਂ ਗਈਆਂ, ਫਿਰ ਸ਼ਨੀਵਾਰ ਨੂੰ ਸ਼ਹਿਰ ਦੇ ਵੱਖ-ਵੱਖ ਚੌਰਾਹਿਆਂ ਤੇ ਲਟਕਾ ਦਿੱਤਾ ਗਿਆ।
ਤਾਲਿਬਾਨ ਨੇ ਇਸ ਘਟਨਾ ਤੇ ਹਾਲੇ ਕੋਈ ਵੀ ਬਿਆਨ ਨਹੀਂ ਦਿੱਤਾ ਹੈ। ਤਾਲਿਬਾਨ ਦੇ ਰਾਜ ਵਿੱਚ ਸਜ਼ਾਏ ਮੌਤ ਦੇ ਇਸ ਤਰੀਕੇ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਕਾਫੀ ਚਰਚਾ ਹੋ ਰਹੀ ਹੈ, ਕਿਉਂਕਿ ਤਾਲਿਬਾਨ ਲੀਡਰ ਮੁੱਲਾ ਨੂਰਦੁਨ ਤੁਰਾਬੀ ਨੇ ਇਸੇ ਹਫਤੇ ਕਿਹਾ ਸੀ ਕਿ ਸਾਡੇ ਸੂਬੇ ਦੇ ਵਿੱਚ ਜਨਤਕ ਤੌਰ ਤੇ ਨਾ ਸਹੀ ਪਰ ਸਜ਼ਾਏ ਮੌਤ ਅਤੇ ਸਰੀਰ ਦੇ ਅੰਗ ਕੱਟਣ ਵਰਗੀਆਂ ਸਜ਼ਾਵਾਂ ਦਿੱਤੀਆਂ ਜਾਣਗੀਆਂ। ਤਾਲਿਬਾਨ ਦੀ ਧਾਰਮਿਕ ਪੁਲਿਸ ਦੇ ਸਾਬਕਾ ਮੁਖੀ ਤੁਰਾਬੀ ਨੇ ਕਿਹਾ ਸੀ ਕਿ ਅਫਗਾਨਿਸਤਾਨ ਵਿੱਚ ਮੁੜ ਤੋਂ ਇਹ ਸਖਤ ਸਜ਼ਾਵਾਂ ਸ਼ੁਰੂ ਹੋਣਗੀਆਂ। ਜੇਲ੍ਹਾਂ ਦੇ ਇੰਚਾਰਜ ਮੁੱਲਾ ਨੂਰੁਦੀਨ ਤੁਰਾਬੀ ਨੇ ਦੱਸਿਆ ਕਿ ਅੰਗ ਕੱਟਣਾ ਸੁਰੱਖਿਆ ਦੇ ਲਈ ਜ਼ਰੂਰੀ ਹੈ। ਉਹਨਾਂ ਦੱਸਿਆ ਕਿ ਭਾਵੇਂ ਕਿ ਸਖਤ ਸਜ਼ਾਵਾਂ ਜਾਰੀ ਰਹਿਣਗੀਆਂ ਪਰ ਟੈਲੀਵਿਜ਼ਨ ਅਤੇ ਮੋਬਾਈਲ ਫੋਨ ਅਤੇ ਵੀਡੀਓਜ਼ ਦੀ ਛੋਟ ਹੋਵੇਗੀ। ਉਹਨਾਂ ਦੱਸਿਆ ਕਿ ਕੈਬਨਿਟ ਮੰਤਰੀ ਚਰਚਾ ਕਰ ਰਹੇ ਨੇ ਕਿ ਸਜ਼ਾਵਾਂ ਜਨਤਕ ਤੌਰ ਤੇ ਦਿੱਤੀਆਂ ਜਾਣਗੀਆਂ ਜਾਂ ਫਿਰ ਨਹੀਂ, ਪਰ ਜਿਹੜੀ ਇਹ ਤਾਜ਼ਾ ਖਬਰ ਸਾਹਮਣੇ ਆਈ ਹੈ ਉਹ ਜਨਤਕ ਤੌਰ ਤੇ ਸਜ਼ਾ ਦਿੱਤੇ ਜਾਣ ਦੀ ਹੀ ਮਿਸਾਲ ਹੈ। ਹਾਲਾਂਕਿ ਤੁਰਾਬੀ ਨੇ ਇਹ ਵੀ ਕਿਹਾ ਸੀ ਕਿ ਸਾਨੂੰ ਕੋਈ ਨਹੀਂ ਦੱਸ ਸਕਦਾ ਕਿ ਸਾਡੇ ਕਾਨੂੰਨ ਕਿਹੋ ਜਿਹੇ ਹੋਣਗੇ, ਅਸੀਂ ਆਪਣੇ ਕਾਨੂੰਨ ਖੁਦ ਬਣਾਵਾਂਗੇ। ਲੰਘੇ ਮਹੀਨੇ ਐਮਨੈਸਟੀ ਇੰਟਰਨੈਸ਼ਨਲ ਨੇ ਕਿਹਾ ਸੀ ਕਿ ਹਜ਼ਾਰਾ ਭਾਈਚਾਰੇ ਦੇ 9 ਜਣਿਆਂ ਦੇ ਕਤਲ ਪਿੱਛੇ ਤਾਲਿਬਾਨੀ ਲੜਾਕਿਆਂ ਦਾ ਹੱਥ ਸੀ। ਐਮਨੈਸਟੀ ਨੇ ਕਿਹਾ ਸੀ ਕਿ ਬੇਰਹਿਮ ਕਰੂਰਤਾ ਤਾਲਿਬਾਨ ਦੇ ਪਿਛਲੇ ਰਿਕਾਰਡ ਦੀ ਯਾਦ ਅਤੇ ਇੱਕ ਡਰਾਉਣਾ ਸੰਕੇਤ ਹੈ ਕਿ ਤਾਲਿਬਾਨ ਦਾ ਰਾਜ ਲੋਕਾਂ ਦੇ ਨਾਲ ਕੀ ਕਰੇਗਾ। ਤੁਰਾਬੀ ਦਾ ਪਿਛੋਕੜ ਦੇਖ ਲਈਏ ਤਾਂ ਤੁਰਾਬੀ ਗੈਰ ਧਾਰਮਿਕ ਸੰਗੀਤ ਸੁਣਨ ਜਾਂ ਆਪਣੀ ਦਾੜੀ ਕੁਤਰਨ ਵਾਲਿਆਂ ਨੂੰ 1990 ਦੇ ਦਹਾਕੇ ਵਿੱਚ ਭਿਆਨਕ ਸਜ਼ਾਵਾਂ ਦੇਣ ਲਈ ਬਦਨਾਮ ਸਨ। ਤੁਰਾਬੀ ਤੇ ਪਿਛਲੇ ਕੰਮਾਂ ਕਾਰਨ UN ਦੀਆਂ ਪਾਬੰਦੀਆਂ ਵੀ ਲਾਗੂ ਹਨ ਅਤੇ ਤੁਰਾਬੀ ਨੂੰ ਮੁੜ ਤੋਂ ਤਾਲਿਬਾਨੀ ਸਰਕਾਰ ਨੇ ਜੇਲ੍ਹਾਂ ਦਾ ਇੰਚਾਰਜ ਲਾਇਆ। ਕੈਨੇਡਾ ਤੋਂ ਖਬਰ ਹੈ, ਜਿੱਥੇ ਅਲਬਰਟਾ ਦੇ ਹੈਲਥ ਕੇਅਰ ਸੈਕਟਰ ਦੇ ਵਿੱਚ ਨਿਗਾਰ ਲਗਾਤਾਰ ਜਾਰੀ ਹੈ। ਕੋਵਿਡ ਦਾ ਮੁੜ ਕਹਿਰ ਦੇਖਿਆ ਜਾ ਰਿਹਾ। ਹਸਪਤਾਲਾਂ ਦੇ ਵਿੱਚ ICU ਬੈੱਡ ਖਤਮ ਹੋ ਗਏ ਨੇ। ਇੱਥੇ ਸਥਿਤੀ ਕਾਬੂ ਤੋਂ ਬਾਹਰ ਹੁੰਦੀ ਜਾ ਰਹੀ ਹੈ। ਸੂਬੇ ਦੇ ਇਤਿਹਾਸ ਵਿੱਚ ਕਹਿੰਦੇ ਪਹਿਲਾਂ ਕਦੀ ਵੀ ਇੰਨੀ ਵੱਡੀ ਗਿਣਤੀ ਵਿੱਚ ਮਰੀਜ਼ ਹਸਪਤਾਲਾਂ ਵਿੱਚ ਤੇ ਇੰਟੈਂਸਿਵ ਕੇਅਰ ਯੂਨਿਟਸ ਦੇ ਵਿੱਚ ਦਾਖਲ ਨਹੀਂ ਹੋਏ ਸਨ, ਜਿੰਨੇ ਇਸ ਵਕਤ ਦੇਖੇ ਜਾ ਰਹੇ ਨੇ। ਅਲਬਰਟਾ ਹੈਲਥ ਸਰਵਿਸਿਜ਼ ਦੀ ਮੁਖੀ ਡਾਕਟਰ ਵਰਨਾ EU ਨੇ ਦੱਸਿਆ ਕਿ ਪਿਛਲੇ 5 ਦਿਨਾਂ ਤੋਂ ਲਗਾਤਾਰ ਰੋਜ਼ਾਨਾ 23 ਮਰੀਜ਼ਾਂ ਨੂੰ ICU ਦੇ ਵਿੱਚ ਲਿਜਾਣਾ ਪੈ ਰਿਹਾ ਹੈ। ਇਸ ਵਕਤ 310 ਮਰੀਜ਼ ICU ਵਿੱਚ ਭਰਤੀ ਨੇ, ਜਿਨ੍ਹਾਂ ਵਿੱਚੋਂ 226 COVID-19 ਦੇ ਮਰੀਜ਼ ਨੇ। ਲੰਘੇ 24 ਘੰਟਿਆਂ ਵਿੱਚ 17 ਹੋਰ ਮਰੀਜ਼ਾਂ ਦੀ ਮੌਤ ਹੋ ਗਈ ਹੈ ਤੇ ਮਰਨ ਵਾਲੇ ਵਿਅਕਤੀਆਂ ਦੀ ਕੁੱਲ ਗਿਣਤੀ 2611 ਟੱਪ ਗਈ ਹੈ। ਐਮਰਜੈਂਸੀ ਬੁਲੇਟਿਨ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਧੰਨਵਾਦ।